ਗੁਰੂ ਨਾਨਕ ਪਦ ਪੰਕਜ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਗਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਮਾ ਸਮੀਪ ਆਏ ਸੋ ਗਇਓ ਗੁਰ ਤਾ ਤਿਲਕ ਤਬੇ ਮੈਂ ਲਇਓ ਤਾਵਦ ਅਰਜਨ ਮਿਲੇ ਨ ਆਏ ਪ੍ਰਾਤ ਸ਼ਰੀਕ ਸਾਂਸੇ ਉਪਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਨਾਲ ਪਵਿੱਤਰ ਹੋਏ ਪਾਵਨ ਸਥਾਨ ਤੇ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਕਲਿਆਣਕਾਰੀ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਤੇ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਜੀ ਦੀ ਕਥਾ ਸੁਣਨੀ ਇਹ ਸਰਵਣ ਭਗਤੀ ਹੈ। ਗੁਰੂ ਸਾਹਿਬ ਦਾ ਜਸ ਸੁਣਨਾ
ਨੌ ਪ੍ਰਕਾਰ ਦੀ ਭਗਤੀ ਚੋਂ ਇੱਕ ਭਗਤੀ ਹੈ ਸਰਵਣ ਭਗਤੀ। ਗੁਰੂ ਉਪਮਾ ਸੁਣਨੀ, ਗੁਰੂ ਕੀ ਕਥਾ ਸੁਣਨੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੋ ਲਾਹੌਰ ਸ਼ਹਿਰ ਗਏ ਹੋਏ ਨੇ, ਕਈ ਮਹੀਨੇ ਬੀਤ ਗਏ ਨੇ। ਗੁਰੂ ਰਾਮਦਾਸ ਸਾਹਿਬ ਜੀ ਪਰਖ ਕਰ ਰਹੇ ਨੇ ਕਿ ਜਦੋਂ ਤੱਕ ਅਸੀਂ ਬੁਲਾਈਏ ਨਾ ਆਉਣਾ ਨਹੀਂ। ਉਧਰ ਤਾਏ ਸਹਾਰੀ ਮੱਲ ਦੇ ਪੁੱਤਰ ਦੀ ਸ਼ਾਦੀ ਦਾ ਕਾਰਜ ਵੀ ਸੰਪੰਨ ਹੋ ਗਿਆ, ਕਈ ਮਹੀਨੇ ਉੱਤੇ ਵੀ ਬੀਤ ਗਏ ਨੇ, ਪਰ ਹਾਲੇ ਤਾਈਂ ਗੁਰੂ ਰਾਮਦਾਸ ਸਾਹਿਬ ਜੀ ਨੇ ਵਾਪਸ ਨਹੀਂ ਸੱਦਿਆ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਸਿੱਖ ਮਨ ਵਿੱਚ ਲੱਗੀ, ਚਿੱਠੀ ਲਿਖੀ ਇੱਕ ਸੁੰਦਰ ਸ਼ਬਦ ਬਣਾ ਕੇ, ਰਾਗ ਮਾਝ ਵਿੱਚ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜਿਉ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਚਿੱਠੀ ਲਿਖੀ ਇੱਕ ਸਿੱਖ ਨੂੰ ਦਿੱਤੀ। ਗੁਰੂ ਸਾਹਿਬ ਗੁਰੂ ਰਾਮਦਾਸ ਸਾਹਿਬ ਕੋਲ ਜਾ ਕੇ ਚਿੱਠੀ ਲੈ ਕੇ ਬੇਨਤੀ ਕਰ, ਜਿਹੜਾ ਜਵਾਬ ਦੇਣ ਵਾਪਸ ਆ ਕੇ ਮੈਨੂੰ ਦੱਸੀ। ਸਿੱਖ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ, ਅੱਗੇ ਬਾਬਾ ਪ੍ਰਿਥੀ ਚੰਦ ਜੀ ਟੱਕਰ ਗਏ। ਗੁਰੂ ਪਾਤਸ਼ਾਹ ਵੱਲੋਂ ਭੇਜੀ ਚਿੱਠੀ ਪ੍ਰਿਥੀ ਚੰਦ ਨੇ ਲੈ ਕੇ ਪੜ੍ਹੀ ਤੇ ਮਨ 'ਚ ਸੋਚਿਆ ਵੀ ਜੇ ਪਿਤਾ ਗੁਰੂ ਜੀ ਨੇ ਚਿੱਠੀ ਪੜ੍ਹੀ ਤੇ ਉਹਨਾਂ ਨੇ ਸੱਦ ਲੈਣਾ ਗੁਰੂ ਅਰਜਨ ਸਾਹਿਬ ਨੂੰ। ਚਿੱਠੀ ਲਪੇਟ ਕੇ ਆਪਣੇ ਖੀਸੇ ਵਿੱਚ ਪਾ ਲਈ। ਸਿੱਖ ਨੂੰ ਜਵਾਬ ਦਿੱਤਾ ਵੀ ਜਾ ਕੇ ਤੂੰ ਗੁਰੂ ਸਾਹਿਬ ਨੂੰ, ਗੁਰੂ ਅਰਜਨ ਸਾਹਿਬ ਨੂੰ ਕਹਿ ਵੀ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਹੈ ਕਿ ਉੱਥੇ ਸੰਗਤ ਵਿੱਚ ਰਹਿ ਕੇ ਸੰਗਤ ਦੀ ਸੇਵਾ ਟਹਿਲ ਕਰਨ। ਸਿੱਖ ਵਾਪਸ ਆਇਆ। ਗੁਰੂ ਅਰਜਨ ਸਾਹਿਬ ਨੇ ਸੋਚਿਆ ਖਬਰੇ ਮੇਰੇ ਕੋਲੋਂ ਐਸੀ ਕਿਹੜੀ ਭੁੱਲ ਹੋਈ ਕਿ ਪਿਤਾ ਗੁਰੂ ਜੀ ਨੇ ਮੈਨੂੰ ਹਿਰਦੇ ਚੋਂ ਵਿਸਾਰ ਦਿੱਤਾ ਹੈ, ਚੇਤੇ ਨਹੀਂ ਕੀਤਾ। ਕੁਝ ਦਿਨ ਬੀਤਣ ਤੋਂ ਬਾਅਦ ਫੇਰ ਇੱਕ ਦੂਸਰੀ ਚਿੱਠੀ ਲਿਖੀ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਹਉ ਘੋਲੀ ਹਉ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਦੂਸਰੀ ਚਿੱਠੀ ਲਿਖ ਕੇ ਸਿੱਖ ਨੂੰ ਦਿੱਤੀ, ਜਾ ਗੁਰੂ ਸਾਹਿਬ ਨੂੰ ਜਾ ਕੇ ਬੇਨਤੀ ਕਰ। ਚਿੱਠੀ ਲੈ ਕੇ ਸਿੱਖ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਾ, ਫਿਰ ਪ੍ਰਿਥੀ ਚੰਦ ਦੀ ਨਿਗਾਹ ਪੈ ਗਈ। ਚਿੱਠੀ ਆਪ ਹੀ ਲੈ ਲਈ ਤੇ ਆਪ ਹੀ ਜਵਾਬ ਦੇ ਦਿੱਤਾ। ਆਖਿਆ ਗੁਰੂ ਜੀ ਨੇ ਕਿਹਾ ਸੰਗਤ ਦੇ ਦਰਸ਼ਨਾਂ ਵਿੱਚੋਂ ਹੀ ਮੇਰੇ ਦਰਸ਼ਨ ਹੋਣਗੇ। ਗੁਰੂ ਅਰਜਨ ਸਾਹਿਬ ਉੱਥੇ ਸੰਗਤ ਦੇ ਦਰਸ਼ਨ ਕਰਨ, ਉਹਨਾਂ ਦੀ ਸੇਵਾ ਟਹਿਲ ਕਰਨ, ਧਰਮਸ਼ਾਲਾ 'ਚ ਸੇਵਾ ਕਰਨ। ਸਿੱਖ ਸੁਣ ਕੇ ਬੜਾ ਹੈਰਾਨ ਵੀ ਹੋਇਆ ਤੇ ਵਾਪਸ ਪਰਤ ਆਇਆ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਆ ਕੇ ਸਾਰੀ ਵਿਥਿਆ ਦੱਸੀ ਕਿ ਬਾਬੇ ਪ੍ਰਿਥੀ ਚੰਦ ਨੇ ਇਦਾਂ ਜਵਾਬ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸਮਝ ਗਏ, ਮਨ 'ਚ ਫਿਕਰ ਹੋਣ ਲੱਗ ਪਿਆ, ਕਦੋਂ ਸੁਭਾਗੀ ਘੜੀ ਆਵੇਗੀ ਜਦੋਂ ਪਿਤਾ ਗੁਰੂ ਜੀ ਦੇ ਦਰਸ਼ਨ ਹੋਣਗੇ ਤੇ ਉਹ ਮੇਰੇ ਸੀਸ ਤੇ ਆਪਣਾ ਹੱਥ ਧਰਨਗੇ। ਇਧਰ ਪ੍ਰਿਥੀ ਚੰਦ ਸੋਚਦਾ ਹੈ ਵੀ 6 ਸਾਲ 10 ਮਹੀਨੇ 11 ਦਿਨ ਦੀ ਆਯੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ ਸੀ, ਜੋ ਹੁਣ ਤਕਰੀਬਨ ਸੰਪੰਨ ਹੋਣ ਵਾਲੀ ਹੈ। ਮੈਂ ਕਿਸੇ ਤਰੀਕੇ ਗੁਰੂ ਅਰਜਨ ਸਾਹਿਬ ਨੂੰ ਇੱਥੇ ਨਾ ਆਵਣ ਦਿਆਂ ਤੇ ਗੁਰਗੱਦੀ ਦਾ ਤਿਲਕ ਮੈਨੂੰ ਹੀ ਮਿਲੇਗਾ। ਏਦਾਂ ਦੀਆਂ ਸਕੀਮਾਂ ਬਾਬਾ ਪ੍ਰਿਥੀ ਚੰਦ ਜੀ ਮਨ ਹੀ ਮਨ ਘੜ ਰਹੇ ਹਨ, ਪਰ ਹੋਣਾ ਤਾਂ ਉਹ ਹੈ ਜੋ ਪਰਮੇਸ਼ਰ ਨੇ ਵਿਧਾਤੇ ਦੇ ਕਰਨਾ ਹੈ। ਬੰਦੇ ਦੇ ਚਿਤਵਿਆਂ, ਮਨੁੱਖ ਦੇ ਚਿਤਵਿਆਂ ਨਹੀਂ ਕੁਝ ਹੋਣਾ। ਜੋ ਨਿਰੰਕਾਰ ਅਕਾਲ ਪੁਰਖ ਨੇ ਪਹਿਲਾਂ ਹੀ ਸਾਰੀ ਰਚਨਾ ਵਿਧ ਰਚੀ ਹੋਈ ਆ, ਉਸੇ ਤਰ੍ਹਾਂ ਦੀ ਖੇਡ ਰਚੀ ਜਾਣੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਇਹ ਪਾਵਨ ਪਵਿੱਤਰ ਅੰਮ੍ਰਿਤਮਈ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਮਾ ਸਮੀਪ ਆਏ ਸੋ ਗਇਓ। ਕਹਿੰਦੇ ਬਾਬਾ ਪ੍ਰਿਥੀ ਚੰਦ ਜੀ ਸੋਚਦੇ ਨੇ ਮਨ 'ਚ ਕਿ ਜਿਹੜਾ ਸਮਾਂ ਜਿਹੜੀ ਉਮਰ ਗੁਰੂ ਅਮਰਦਾਸ ਸਾਹਿਬ ਜੀ ਨੇ ਦਿੱਤੀ ਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ, ਪਿਤਾ ਜੀ ਨੂੰ, ਉਹ ਉਮਰ ਹੁਣ ਉਹਨਾਂ ਦੀ ਪੂਰੀ ਹੋਣ ਵਾਲੀ ਆ। ਸਮਾਂ ਨੇੜੇ ਆ ਰਿਹਾ ਹੈ। ਗੁਰਤਾ ਤਿਲਕ ਤਬੇ ਮੈਂ ਲਇਓ। ਜਦੋਂ ਸਮਾਂ ਆ ਗਿਆ ਤੇ ਗੁਰਗੱਦੀ ਦਾ ਜੋ ਤਿਲਕ ਹੈ, ਗੁਰਤਾ ਗੱਦੀ ਦਾ, ਉਹ ਤਿਲਕ ਹੁਣ ਮੈਨੂੰ ਪ੍ਰਾਪਤ ਹੋਵੇਗਾ, ਕਿਉਂਕਿ ਮੈਂ ਹੀ ਇੱਥੇ ਹਾਜ਼ਰ ਹਾਂ। ਛੋਟਾ ਮਹਾਂਦੇਵ ਤਾਂ ਮਸਤ ਜਿਹਾ ਰਹਿੰਦਾ, ਉਹਨੂੰ ਤਾਂ ਉਦਾਂ ਕੁਝ ਨਹੀਂ ਪਤਾ ਸੰਸਾਰ ਦਾ। ਗੁਰੂ ਅਰਜਨ ਸਾਹਿਬ ਲਾਹੌਰ ਨੇ, ਕੱਲਾ ਮੈਂ ਹੀ ਇੱਥੇ ਹਾਂ, ਤੇ ਮੇਰੇ ਹੁੰਦਿਆਂ ਹੁੰਦਿਆਂ ਹੀ ਮੈਨੂੰ ਉਹ ਗੁਰਤਾ ਗੱਦੀ ਦਾ ਤਿਲਕ ਮਿਲ ਜਾਏਗਾ। ਤਾਵਦ ਅਰਜਨ ਮਿਲੇ ਨਾ ਆਏ। ਮੈਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਜਦ ਤੱਕ ਗੁਰਗੱਦੀ ਦਾ ਤਿਲਕ ਮੈਨੂੰ ਮਿਲ ਨਹੀਂ ਜਾਂਦਾ, ਉਤਨੀ ਦੇਰ ਤੱਕ ਗੁਰੂ ਅਰਜਨ ਸਾਹਿਬ ਇੱਥੇ ਨਾ ਆਵਣ ਤੇ ਪਿਤਾ ਗੁਰੂ ਜੀ ਨੂੰ ਨਾ ਮਿਲਣ। ਭਰਾਤ ਸ਼ਰੀਕ ਸੰਸੇ ਉਪਜਾਏ। ਕਿਉਂਕਿ ਉਹ ਭਰਾ ਸ਼ਰੀਕ ਹੈ ਮੇਰਾ, ਉਹ ਆ ਗਿਆ ਫਿਰ ਸੰਦੇਹ ਬਣ ਜਾਏਗਾ, ਫਿਰ ਮੈਨੂੰ ਤਿਲਕ ਮਿਲੇ ਇਹ ਹੋ ਨਹੀਂ ਸਕਦਾ। ਏਦਾਂ ਦੀ ਰਚਨਾ ਰਚੀ ਜਾਏਗੀ। ਨਿਰਸੰਦੇ ਮੈਂ ਪਿਤਾ ਪਿਛਾਰੀ। ਨਿਰਸੰਦੇਹ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਤੋਂ ਬਾਅਦ ਵਿੱਚ ਬਹੁਰ ਨਾ ਬੋਲੇ ਮੋਏ ਅਗਾਰੀ। ਮੈਂ ਹੀ ਗੁਰੂ ਬਣਾਂਗਾ। ਜਦੋਂ ਇੱਕ ਵਾਰੀ ਮੈਂ ਗੁਰੂ ਬਣ ਗਿਆ, ਫਿਰ ਕਿਹਦੀ ਮਜਾਲ ਵੀ ਮੇਰੇ ਸਾਹਮਣੇ ਬੋਲੇ, ਫਿਰ ਕਿਹਦੇ 'ਚ ਇੰਨੀ ਤਾਕਤ। ਮੈਂ ਤਾਂ ਹੁਣ ਨਹੀਂ ਬੋਲਣ ਦਿੰਦਾ, ਕਿਸੇ ਨੂੰ ਕੁਸਕਣ ਦਿੰਦਾ। ਜਦੋਂ ਪਿਤਾ ਗੁਰੂ ਜੀ ਸੱਚਖੰਡ ਚਲੇ ਗਏ, ਗੁਰੂ ਮੈਂ ਬਣ ਗਿਆ, ਫਿਰ ਕਿਹਦੀ ਤਾਕਤ ਹੈ ਜਿਹੜਾ ਮੇਰੇ ਸਾਹਮਣੇ ਬੋਲ ਸਕੇ। ਗਾਦੀ ਪਰ ਮੇਰੋ ਅਧਿਕਾਰ। ਨਾਲੇ ਮੈਂ ਵੱਡਾ ਪੁੱਤਰ ਹਾਂ ਗੁਰੂ ਜੀ ਦਾ, ਤੇ ਗੁਰਗੱਦੀ ਉੱਤੇ ਮੇਰਾ ਅਧਿਕਾਰ ਹੈ, ਮੇਰਾ ਹੱਕ ਹੈ। ਦੁਰਿਓ ਨਾ ਜਾਣੇ ਸਭ ਸੰਸਾਰ। ਇਹ ਗੱਲ ਛੁਪੀ ਹੋਈ ਨਹੀਂ ਹੈ, ਇਹ ਗੱਲ ਸਾਰਾ ਸੰਸਾਰ ਜਾਣਦਾ ਹੈ, ਸਾਰਾ ਜਗਤ ਜਾਣਦਾ ਹੈ। ਪਿਤਾ ਜੀਤ ਲੋ ਸੰਸੇ ਹੋਈ। ਪਰ ਹਾਂ, ਪਿਤਾ ਜੀ ਦੇ ਜੀਵਦਿਆਂ ਜੀ ਮੇਰੇ ਮਨ 'ਚ ਖਦਸ਼ਾ ਆਉਂਦਾ ਹੈ, ਸੰਸਾ ਆਉਂਦਾ ਹੈ ਕਿ ਕਿਤੇ ਪਿਤਾ ਜੀ ਇਹ ਮੇਰਾ ਹੱਕ ਛੋਟੇ ਨੂੰ ਨਾ ਦੇ ਦੇਣ। ਉਹਨਾਂ ਦੇ ਹੁੰਦਿਆਂ ਮੇਰੇ ਮਨ ਵਿੱਚ ਸੰਦੇਹ ਆਉਂਦਾ ਹੈ। ਰਹਿ ਪ੍ਰਤੀਕੂਲ ਸਦਾ ਦਿਸ਼ ਮੋਈ। ਕਿਉਂਕਿ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮੇਰੇ ਤੇ ਬਹੁਤੇ ਖੁਸ਼ ਨਹੀਂ ਹਨ, ਕਿਉਂਕਿ ਇਹਨੂੰ ਪਤਾ ਸੀ ਪ੍ਰਿਥੀ ਚੰਦ ਦੀਆਂ ਕਰਤੂਤਾਂ ਹੁੰਦੀਆਂ ਸਨ ਇਹੋ ਜੀਆਂ ਕਿ ਅਕਸਰ ਗੁਰੂ ਰਾਮਦਾਸ ਸਾਹਿਬ ਇਹਨੂੰ ਤਾੜਨਾ ਕਰਦੇ ਸੀ। ਤੋ ਇਸ ਕਰਕੇ ਸੋਚਦਾ ਵੀ ਪਿਤਾ ਗੁਰੂ ਜੀ ਮੇਰੇ ਤੇ ਪ੍ਰਸੰਨ ਨਹੀਂ ਹਨ। ਜੇ ਅਰਜਨ ਟਿਗ ਆਏ ਨ ਤਾਵਤ। ਪਰ ਇਹ ਉਦੋਂ ਤੱਕ ਹੀ ਸੰਭਵ ਹੈ ਮੇਰਾ ਗੁਰੂ ਬਣਨਾ, ਜਦੋਂ ਤੱਕ ਗੁਰੂ ਅਰਜਨ ਸਾਹਿਬ ਇੱਥੇ ਨਾ ਆਵਣ। ਜੇ ਉਹ ਆ ਗਏ ਤੇ ਸਭ ਕੁਝ ਉਹਨਾਂ ਨੇ ਲੈ ਜਾਣਾ, ਗੁਰਤਾ ਗੱਦੀ ਉਹਨਾਂ ਨੇ ਲੈ ਜਾਣੀ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਖੁਸ਼ੀ ਉਹਨਾਂ ਤੇ ਹੈ। ਇਸ ਕਰਕੇ ਜੇ ਮੈਂ ਗੁਰੂ ਬਣਨਾ, ਮੈਨੂੰ ਗੁਰਿਆਈ ਦਾ ਤਿਲਕ ਪ੍ਰਾਪਤ ਹੋਵੇ, ਉਹਦੇ ਲਈ ਮੇਰਾ ਇਹੀ ਯਤਨ ਹੋਣਾ ਚਾਹੀਦਾ ਕਿ ਕਿਸੇ ਤਰੀਕੇ ਗੁਰੂ ਅਰਜਨ ਸਾਹਿਬ ਇੱਥੇ ਨਾ ਆਵਣ। ਨੀਕੀ ਬਾਤ ਮਾਨੋ ਜਾਵਤ। ਤੇ ਉਦੋਂ ਤਾਈਂ ਮੈਂ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਸਾਰੀਆਂ ਗੱਲਾਂ ਜੋ ਕਹਿੰਦੇ ਨੇ ਸੱਤ ਕਰਕੇ ਮੰਨੀ ਜਾਵਾਂ, ਜੋ ਹੁਕਮ ਕਰਨ ਉਹ ਮੈਂ ਪ੍ਰਵਾਨ ਕਰੀ ਜਾਵਾਂ। ਇਤਿਆਦਿਕ ਬੌਰ ਦੇ ਵਿਚਾਰੇ। ਏਦਾਂ ਬਾਬਾ ਪ੍ਰਿਥੀ ਚੰਦ ਜੀ ਆਪਣੇ ਦਿਲ ਵਿੱਚ, ਆਪਣੇ ਹਿਰਦੇ 'ਚ ਏਦਾਂ ਦੀਆਂ ਕਈ ਗਟੀਆਂ ਗਿਣਦੇ, ਕਈ ਤਰ੍ਹਾਂ ਦੀਆਂ ਵਿਚਾਰਾਂ ਵਿਚਾਰਦੇ। ਪਰ ਨਰ ਚਾਹਤ ਕਛ ਔਰਾ ਕੀ ਔਰਾ ਭਾਈ। ਪਰਮੇਸ਼ਰ ਬੰਦਾ ਕੁਝ ਚਾਹੁੰਦਾ ਪਰ ਹੁੰਦਾ ਕੁਝ ਹੋਰ ਹੈ। ਕਰਨਾ ਤਾਂ ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜੋ ਭਾਉਣਾ ਹੈ। ਬਾਬਾ ਪ੍ਰਿਥੀ ਚੰਦ ਜੀ ਆਪਣੇ ਹਿਰਦੇ 'ਚ ਕਈ ਤਰ੍ਹਾਂ ਦੀਆਂ ਚਿਤਵਨੀਆਂ ਏਦਾਂ ਦੀਆਂ ਚਿਤਵਦੇ ਹਨ। ਹੋਤ ਨ ਗੁਰ ਆਇਸ ਅਨੁਸਾਰੇ। ਪਰ ਬਾਬਾ ਪ੍ਰਿਥੀ ਚੰਦ ਜੀ ਗੁਰੂ ਸਾਹਿਬ ਦੀ ਆਗਿਆ 'ਚ ਨਹੀਂ ਚੱਲਦੇ।
ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਹੀ ਹੋ ਕੇ ਨਹੀਂ ਚੱਲਦੇ। ਧਨ ਬੁੱਧ ਬਲ ਤੇ ਚਹਿ ਗੁਰਿਆਈ। ਪ੍ਰਿਥੀ ਚੰਦ ਆਗਿਆ 'ਚ ਚੱਲ ਕੇ ਨਹੀਂ ਗੁਰਿਆਈ ਚਾਹੁੰਦੇ। ਪ੍ਰਿਥੀ ਚੰਦ ਚਾਹੁੰਦਾ ਵੀ ਮੇਰੇ ਕੋਲ 4 ਛਿੱਲੜ ਮੈਂ ਰੱਖੇ ਨੇ ਵੱਖਰੇ, ਮੇਰੇ ਕੋਲ ਬੁੱਧੀ ਹੈ, ਦਿਮਾਗ ਹੈ, ਬਲ ਹੈ, ਬੰਦੇ ਮੈਂ ਆਪਣੇ ਨਾਲ ਜੋੜੇ ਹੋਏ ਨੇ। ਪੈਸਾ ਜਿਹੜਾ ਕੋਈ ਨਾ ਮੇਰੇ ਬਲ ਦੀ ਗੱਲ ਕਰੇਗਾ ਉਹਨੂੰ ਪੈਸਾ ਦਿਆਂਗਾ, ਬਲ ਕਰ ਲਾਂਗਾ ਆਪਣੇ। ਇਹਨਾਂ ਤਰੀਕਿਆਂ ਨਾਲ ਛਲ ਫਰੇਬ ਨਾਲ ਬਾਬਾ ਪ੍ਰਿਥੀ ਚੰਦ ਜੀ ਗੁਰਿਆਈ ਚਾਹੁੰਦੇ ਹਨ। ਸਰਬ ਗਿਆਨ ਟਿਗ ਤੇ ਕਿਮ ਪਾਈ। ਪਰ ਖਾਲਸਾ ਜੀ ਸਰਬੱਗ ਅੱਗੇ ਨਾ ਤਾਂ ਧਨ ਦਾ ਜ਼ੋਰ ਚੱਲਦਾ, ਸਰਬੱਗ ਅੱਗੇ ਨਾ ਬੁੱਧੀ ਦਾ ਬਲ ਚੱਲਦਾ ਤੇ ਨਾ ਕਿਸੇ ਪ੍ਰਕਾਰ ਦੀ ਹੋਰ ਚਤਰਾਈ ਤੇ ਸਿਆਣਪ ਚੱਲਦੀ ਹੈ। ਸਰਬੱਗ ਅੱਗੇ ਤਾਂ ਹੱਥ ਜੋੜ ਕੇ ਉਹਦੀ ਆਗਿਆ 'ਚ ਚੱਲਣਾ ਹੀ ਬਣਾਉਂਦਾ ਹੈ। ਗਇਓ ਸਿੱਖ ਲਵਪੁਰੀ ਮਝਾਰੀ। ਉਧਰ ਜਿਹੜਾ ਉਹ ਸਿੱਖ ਸੀ ਅੰਮ੍ਰਿਤਸਰ ਸਾਹਿਬ ਤੋਂ ਗਿਆ, ਲਾਹੌਰ ਸ਼ਹਿਰ ਪਹੁੰਚਿਆ। ਸ਼੍ਰੀ ਅਰਜਨ ਟਿਗ ਸਕਲ ਉਚਾਰੀ। ਪੰਜਵੇਂ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਉਸ ਸਿੱਖ ਨੇ ਸਾਰੀ ਵਿਥਿਆ ਸੁਣਾਈ। ਬਿਨਾ ਕਹੇ ਪ੍ਰਿਥੀਏ ਨੇ ਲੀਨੀ। ਕਹਿਣ ਲੱਗੇ ਮਹਾਰਾਜ ਜੀ ਮੇਰੇ ਬਿਨਾ ਆਖੇ ਬਿਨਾ ਕਹੇ ਮੇਰੇ ਹੱਥੋਂ ਉਹ ਚਿੱਠੀ ਬਾਬੇ ਪ੍ਰਿਥੀ ਚੰਦ ਨੇ ਲੈ ਲਈ ਜੋ ਤੁਸੀਂ ਦਿੱਤੀ ਹੈ। ਗੁਰ ਟਿਗ ਦਈ ਕਿਦੋਂ ਨੇ ਦੀਨੀ। ਹੁਣ ਮੈਨੂੰ ਇਹ ਨਹੀਂ ਪਤਾ ਕਿ ਪ੍ਰਿਥੀ ਚੰਦ ਨੇ ਉਹ ਚਿੱਠੀ ਅੰਦਰ ਜਾ ਕੇ ਗੁਰੂ ਜੀ ਨੂੰ ਦਿੱਤੀ ਹੈ ਜਾਂ ਨਹੀਂ ਦਿੱਤੀ, ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ। ਝੂਠੋ ਸੋ ਬੋਲਤ ਲਖ ਪਾਇਵ। ਪਰ ਪ੍ਰਿਥੀ ਚੰਦ ਦੀਆਂ ਗੱਲਾਂ ਸੁਣ ਕੇ ਮੈਂ 101% ਇਹ ਗੱਲ ਕਹਿ ਸਕਦਾ ਦਾਅਵੇ ਨਾਲ ਵੀ ਉਹਨੇ ਜਿੰਨੀਆਂ ਗੱਲਾਂ ਕਹੀਆਂ ਨੇ ਬਾਹਰ ਆ ਕੇ ਝੂਠੀਆਂ ਹੀ ਕਹੀਆਂ ਨੇ। ਉਹਦੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਾ ਲਿਆ ਵੀ ਉਹ ਝੂਠ ਬੋਲਦਾ ਸੀ, ਕਿਉਂਕਿ ਝੂਠ ਬੋਲਣ ਵਾਲੇ ਮਨੁੱਖ ਦੀਆਂ ਅੱਖਾਂ ਕੁਝ ਹੋਰ ਕਹਿੰਦੀਆਂ ਹੁੰਦੀਆਂ ਨੇ, ਸਰੀਰ ਦੇ ਹੱਥ ਪੈਰਾਂ ਦੇ ਚਿੰਨ੍ਹ ਕੁਝ ਹੋਰ ਕਹਿੰਦੇ ਹੁੰਦੇ ਆ। ਅਕਸਰ ਜਿਹੜਾ ਬੰਦਾ ਝੂਠ ਬੋਲ ਰਿਹਾ ਹੋਵੇ ਉਹਦੇ ਸਰੀਰ ਵਿੱਚ ਕਿਤੇ ਨਾ ਕਿਤੇ ਹਿਲਜੁਲ ਹੋਵੇਗੀ, ਹੱਥ ਹਿਲਾਉਂਦਾ ਹੋਵੇਗਾ, ਪੈਰ ਹਿਲਾਉਂਦਾ ਹੋਵੇਗਾ, ਉਹਦੀਆਂ ਅੱਖਾਂ ਚੁਰਾਣ ਦੀਆਂ ਉਹ ਬਿਰਤੀ ਹੋਵੇਗੀ। ਜਿਹਦੇ ਅੱਗੇ ਬੋਲ ਰਿਹਾ ਹੋਵੇਗਾ ਉਹਦੀਆਂ ਅੱਖਾਂ ਉਹਦੇ ਵਿੱਚ ਅੱਖਾਂ ਪਾ ਕੇ ਵੇਖਣ ਦੀ ਬਜਾਏ ਅੱਖਾਂ ਚੁਰਾਣ ਦੀ ਬਿਰਤੀ ਹੁੰਦੀ। ਸਿੱਖ ਕਹਿੰਦਾ ਮੈਂ ਇਹ ਸਭ ਕੁਝ ਵੇਖ ਕੇ ਆਇਆ, ਉਹਦੀਆਂ ਦਸ਼ਾਵਾਂ ਵੀ ਉਹਦੇ ਬੋਲਦਿਆਂ ਦੇ ਹਾਵ ਭਾਵਾਂ ਤੋਂ ਮੈਂ ਅੰਦਾਜ਼ਾ ਲਾਇਆ ਵੀ ਉਹਨੇ ਜੋ ਕੁਝ ਕਿਹਾ ਉਹ ਝੂਠ ਆਖਿਆ ਹੈ। ਕੀਨ ਸਮੋਏ ਬਿਦਾ ਉਤਲਾਇਵ। ਔਰ ਉਹਨੇ ਮੈਨੂੰ ਬੜੇ ਕਾਹਲੀ ਕਾਹਲੀ ਨਾਲ ਵਿਦਾ ਕੀਤਾ ਵੀ ਕਿਸੇ ਤਰੀਕੇ ਮੈਂ ਗੁਰੂ ਜੀ ਕੋਲ ਜਾ ਨਾ ਸਕਾਂ। ਉਹਨੇ ਬੜੀ ਕਾਹਲ ਜੀ ਕੀਤੀ, ਧੱਕੇ ਨਾਲ ਹੀ ਸਿਰੇ ਪਾਓ ਮੰਗਾ ਕੇ ਕਹਿੰਦਾ ਲਓ ਤੇਰਾ ਇਹ ਸਿਰੇ ਪਾਓ ਵੀ ਗੁਰੂ ਜੀ ਨੇ ਦਿੱਤਾ ਵੀ ਤੂੰ ਹੁਣ ਜਾ ਚਲਾ ਜਾ। ਏਦਾਂ ਮੈਨੂੰ ਉਹਨੇ ਉੱਥੋਂ ਵਿਦਾ ਕੀਤਾ। ਨੈ ਪੂਰਬ ਮੈਂ ਤੈਂ ਛਲ ਜਾਨਾ। ਮਹਾਰਾਜ ਜੀ ਮੈਂ ਉਹਦਾ ਪਹਿਲਾ ਇਹ ਛਲ ਕਪਟ ਪਹਿਲਾਂ ਤਾਂ ਨਹੀਂ ਸੀ ਜਾਣਿਆ। ਜਦੋਂ ਮੈਂ ਪਹਿਲੀ ਚਿੱਠੀ ਲੈ ਕੇ ਗਿਆ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਪਈ ਉਹਦੇ ਛਲ ਦੀ ਕਪਟ ਦੀ। ਅਬ ਕੇ ਮਤ ਸਰ ਸਹਿਤ ਪਛਾਨਾ। ਪਰ ਇਸ ਵਾਰ ਦੂਜੀ ਵਾਰ ਮੈਂ ਉਹਨੂੰ ਪਛਾਣਿਆ ਵੀ ਉਹਦੇ ਅੰਦਰ ਈਰਖਾ ਦੇ ਭਾਂਬੜ ਮਚਦੇ ਨੇ। ਤੁਹਾਡੀ ਚਿੱਠੀ ਪੜ੍ਹਦਿਆਂ ਸਾਰ ਉਹਦੇ ਚਿਹਰੇ ਦੇ ਰੰਗ ਹੋਰ ਹੋ ਗਏ ਸੀ, ਉਹਦੇ ਅੰਦਰ ਈਰਖਾ ਦੇ ਭਾਂਬੜ ਮਚਦੇ ਨੇ ਮਹਾਰਾਜ। ਹੁਣ ਮੈਂ ਪੂਰਨ ਤੌਰ ਤੇ ਵੇਖ ਕੇ ਆਇਆ ਹਾਂ। ਗੁਰ ਸੋ ਮਿਲਨ ਨਹੀਂ ਮੁਝ ਦਇਓ। ਉਹਨੇ ਮੈਨੂੰ ਸਤਿਗੁਰਾਂ ਨਾਲ ਮਿਲਣ ਨਹੀਂ ਦਿੱਤਾ, ਨਾ ਪਹਿਲਾਂ ਨਾ ਹੁਣ ਦੂਜੀ ਵੇਰਾ ਮਿਲਣ ਦਿੱਤਾ। ਤੂਰਨ ਕਰਕੇ ਭੇਜਨ ਕਹਿਓ। ਮੈਨੂੰ ਕਾਲੀ ਕਾਲੀ ਕਰਕੇ ਉਹਨੇ ਤੋੜ ਦਿੱਤਾ, ਉੱਥੋਂ ਭੇਜ ਦਿੱਤਾ। ਤਬ ਮੈਂ ਜਾਣਿਓ ਕਪਟ ਕਰੰਤਾ। ਮਹਾਰਾਜ ਉਹਦੀਆਂ ਇਹ ਕਰਤੂਤਾਂ ਵੇਖ ਕੇ ਮੈਂ ਸਮਝ ਗਿਆ ਵੀ ਇਹ ਕੋਈ ਕਪਟ ਕਰ ਰਿਹਾ ਹੈ, ਇਹ ਕੋਈ ਛਲ ਤੇ ਫਰੇਬ ਕਰ ਰਿਹਾ ਹੈ। ਚਲਿਓ ਨਾ ਬਸ ਮੈਂ ਆਏ ਤੁਰੰਤਾ। ਮਹਾਰਾਜ ਮੇਰਾ ਕੋਈ ਵਸ ਨਹੀਂ ਚੱਲਿਆ, ਉੱਥੇ ਮੈਂ ਕੀ ਕਰਦਾ। ਆਖਰਕਾਰ ਮੈਨੂੰ ਉੱਥੋਂ ਤੁਰਤ ਵਾਪਸ ਆਉਣਾ ਪਿਆ। ਸਭ ਸੰਗਤ ਜੁਤ ਸੁਨਿਓ ਬਿਰਤੰਤ। ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਆ ਕੇ ਸਿੱਖ ਨੇ ਬੇਨਤੀ ਕੀਤੀ, ਸਿੱਖ ਵੀ ਬੈਠੇ ਸੀ ਲਾਹੌਰ ਸ਼ਹਿਰ ਦੇ। ਗੁਰੂ ਅਰਜਨ ਸਾਹਿਬ ਜੀ ਨੇ ਸਿੱਖ ਦੀ ਜ਼ੁਬਾਨੀ ਇਹ ਸਾਰੀ ਗੱਲ ਸੁਣੀ। ਜਾਣਿਓ ਪ੍ਰਿਥਿਆ ਛਲੀ ਛਲੰਤ।
ਜਾਣ ਗਏ ਕਿ ਬਾਬੇ ਪ੍ਰਿਥੀ ਚੰਦ ਨੇ ਛਲ ਕੀਤਾ ਹੈ। ਬੜਾ ਵੱਡਾ ਛਲੀਆ ਹੈ, ਕਪਟੀ ਹੈ ਪ੍ਰਿਥੀ ਚੰਦ। ਨਿਸ਼ਚੈ ਸ਼੍ਰੀ ਅਰਜਨ ਉਰ ਜਾਨਾ। ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜਾਣੀ ਜਾਣ ਗਏ। ਕਰੇ ਸ਼ਰੀਕ ਪਨੋ ਛਲਸਾਨਾ। ਬਾਬਾ ਪ੍ਰਿਥੀ ਚੰਦ ਹੁਣ ਭਰਾ ਨਹੀਂ ਬਣਦਾ, ਹੁਣ ਉਹ ਸ਼ਰੀਕ ਬਣ ਗਿਆ ਮੇਰਾ। ਦੁਨੀਆ ਵਿੱਚ ਸਭ ਤੋਂ ਪਿਆਰਾ ਰਿਸ਼ਤਾ ਭਰਾ ਦਾ ਹੁੰਦਾ ਹੈ, ਜੇ ਉਹ ਭਰਾ ਬਣ ਕੇ ਰਹੇ। ਜੇ ਭਰਾ ਨਹੀਂ ਸ਼ਰੀਕ ਬਣ ਜੇ ਤੇ ਫਿਰ ਉਹ ਬੜਾ ਭਿਆਨਕ ਰਿਸ਼ਤਾ ਹੋ ਜਾਂਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਵੀ ਅਸੀਂ ਤਾਂ ਉਹਨਾਂ ਨੂੰ ਵੱਡੇ ਜਾਣ ਕੇ ਸਨਮਾਨ ਦਿੰਨੇ ਆ, ਪਰ ਉਹ ਹੁਣ ਸਾਡਾ ਭਾਈ ਨਹੀਂ ਰਿਹਾ, ਉਹ ਸਾਡਾ ਸ਼ਰੀਕ ਬਣ ਗਿਆ ਹੈ। ਬੌਰ ਤ੍ਰਿਤੀ ਪਦ ਸ਼ਬਦ ਬਨਾਏ। ਮਹਾਰਾਜ ਜੀ ਨੇ ਫਿਰ ਤੀਸਰਾ ਬੰਦ ਇਸੇ ਸ਼ਬਦ ਦਾ ਤੀਸਰਾ ਪਦਾ ਤੀਸਰੀ ਚਿੱਠੀ ਦੇ ਰੂਪ ਦੇ ਵਿੱਚ ਲਿਖਿਆ। ਮਿਲਨ ਪਿਆਸ ਕੋ ਅਧਿਕ ਜਨਾਏ। ਤੀਸਰੇ ਬੰਦ ਵਿੱਚ ਗੁਰੂ ਸਾਹਿਬ ਨੂੰ ਮਿਲਣ ਦੀ ਤੀਵਰ ਪਿਆਸ ਗੁਰੂ ਅਰਜਨ ਸਾਹਿਬ ਨੇ ਪ੍ਰਗਟ ਕਰਕੇ ਵਿਖਾਈ। ਲਿਖ ਕਾਗਦ ਪਰ ਇਕੱਠੋ ਕੀਨ। ਔਰ ਲਿਖ ਕੇ ਉਸ ਕਾਗਜ਼ ਨੂੰ ਇਕੱਠਾ ਕਰਕੇ ਚਿੱਠੀ ਦਾ ਰੂਪ ਦਿੱਤਾ। ਲਿਖੋ ਇਆਂ ਸੋ ਪਾਠ ਪ੍ਰਬੀਨ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਜਿਹੜੀ ਚਿੱਠੀ ਗੁਰੂ ਅਰਜਨ ਸਾਹਿਬ ਨੇ ਤੀਜੀ ਚਿੱਠੀ ਲਿਖੀ ਹੈ ਉਸ ਕਾਗਜ਼ ਵਿੱਚ, ਉਹਦੇ 'ਚ ਜਿਹੜਾ ਪਾਠ ਲਿਖਿਆ ਪੰਜਵੇਂ ਪਾਤਸ਼ਾਹ ਨੇ, ਉਹ ਕਹਿੰਦੇ ਮੈਂ ਇੱਥੇ ਲਿਖਦਾ ਹਾਂ। ਸ੍ਰੀ ਮੁਖ ਵਾਕ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ। ਹੁਣ ਕਦ ਮਿਲੀਐ ਪ੍ਰਿਯ ਤੁਧ ਭਗਵੰਤਾ। ਤੀਸਰਾ ਬੰਦ ਲਿਖਿਆ ਹੈ ਗੁਰੂ ਰਾਮਦਾਸ ਸਾਹਿਬ, ਇੱਕ ਘੜੀ ਨਹੀਂ ਸੀ ਮਿਲਦੇ ਤੇ ਇਉਂ ਜਾਪਦਾ ਸੀ ਵੀ ਕਲਯੁਗ ਆ ਗਿਆ ਹੈ। ਇੱਕ ਘੜੀ ਨਹੀਂ ਸੀ ਮਿਲਦੇ ਤਾਂ ਕਲਯੁਗ ਵਰਤ ਜਾਂਦਾ ਸੀ ਮਹਾਰਾਜ, ਇਉਂ ਜਾਪਦਾ ਸੀ ਵੀ ਕਲੀ ਕਾਲ ਆ ਗਿਆ, ਕਲਯੁਗ ਆ ਗਿਆ। ਜਾਂ ਇਉਂ ਸਮਝ ਲਓ ਕਿ ਮਹਾਰਾਜ ਇੱਕ ਘੜੀ ਨਹੀਂ ਸੀ ਮਿਲਦੇ ਤੇ ਇਉਂ ਜਾਪਦਾ ਸੀ ਵੀ 4 ਯੁੱਗਾਂ ਦਾ ਸਮਾਂ ਬੀਤ ਗਿਆ। ਇੱਕ ਇੱਕ ਘੜੀ 4 ਏਕ ਪਹਿਰ ਚੋਹ ਯੁਗ ਹੈ ਸਮਾਨਾ। ਇੱਕ ਪਹਿਰ ਇਉਂ ਜਾਪਦਾ ਮਹਾਰਾਜ ਤੁਹਾਡੇ ਵਿਛੋੜੇ ਵਿੱਚ ਜਿਵੇਂ 4 ਯੁੱਗ ਬੀਤ ਗਏ ਨੇ, 4 ਯੁੱਗ। ਮਹਾਰਾਜ ਗਰੀਬ ਨਵਾਜ ਇੱਕ ਘੜੀ ਨਹੀਂ ਮਿਲਦੇ ਤਾਂ ਕਲਯੁਗ ਆਇਆ ਜਾਪਦਾ। ਹੁਣ ਕਦੋਂ ਮਿਲੋਗੇ ਹੇ ਮੇਰੇ ਪਿਆਰੇ ਭਗਵੰਤ ਜੀ? ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ। ਹੇ ਪਿਆਰੇ ਭਗਵੰਤ ਜੀ, ਹੁਣ ਕਦੋਂ ਮਿਲਾਂਗੇ? ਆਪ ਜੀ ਦੇ ਦਰਸ਼ਨ ਕਦੋਂ ਕਰਾਂਗੇ? ਹੋ ਕਦ ਪਾਈ ਗੁਣ ਤਸ। ਹੇ ਗੁਣਾਂ ਦੇ ਤਾਸ ਸੁਆਮੀ ਜੀ, ਦੀਦਾਰ ਕਦੋਂ ਹੋਣਗੇ ਤੁਹਾਡੇ? ਦਰਸ਼ਨ ਕਦੋਂ ਹੋਣਗੇ? ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰ ਜੀਓ। ਮਹਾਰਾਜ ਜੀ ਤੁਹਾਡੇ ਦਰਬਾਰ ਦੇ ਦਰਸ਼ਨ ਕੀਤੇ ਬਿਨਾ ਮੈਨੂੰ ਰਾਤ ਨਹੀਂ ਚੰਗੀ ਲੱਗਦੀ, ਰਹਿਣ ਨਹੀਂ ਵਿਹਾਉਂਦੀ, ਬੀਤਦੀ ਨਹੀਂ ਰਾਤ, ਨੀਂਦ ਨਹੀਂ ਆਉਂਦੀ ਮਹਾਰਾਜ ਤੁਹਾਡੇ ਪਾਵਨ ਦਰਬਾਰ ਦੇ ਦਰਸ਼ਨ ਕੀਤੇ ਬਿਨਾ। ਇਹ ਵਿਛੋੜੇ ਦੀ ਤੜਫ ਹੈ। ਵਿਛੋੜੇ ਦੀ ਇਸ ਤੜਫ ਵਿੱਚ ਗੁਰੂ ਕਲਗੀਧਰ ਸੁਆਮੀ ਜੀ ਨੇ ਬਚਨ ਲਿਖੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਵਿਛੋੜੇ ਦੀ ਤੜਫ ਹੈ। ਵਿਛੋਹੇ ਜੰਬੂਰ, ਜਿਵੇਂ ਜੰਬੂਰ ਨਹੀਂ ਮਾਸ ਨੋਚਦਾ, ਏਦਾਂ ਵਿਛੋੜੇ ਦਾ ਇੱਕ ਇੱਕ ਪਲ ਜੰਬੂਰ ਬਣ ਕੇ ਮਾਸ ਨੋਚਦਾ ਹੈ। ਜਿਨ੍ਹਾਂ ਅੰਦਰ ਉਮਰ ਥਲ, ਸੇਈ ਜਾਣ ਨਸੂਲੀਆਂ। ਜਿਨ੍ਹਾਂ ਅੰਦਰ ਉਮਰ ਥਲ, ਉਮਰ ਥਲ ਇੱਕ ਫੋੜਾ ਹੁੰਦਾ,
ਰੀੜ ਦੀ ਹੱਡੀ ਦੇ ਵਿੱਚ ਮਾਸ ਗਲ ਜਾਂਦਾ ਸਿਰੇ ਤੋਂ। ਜਿਨ੍ਹਾਂ ਨੂੰ ਉਹ ਫੋੜਾ ਹੋਵੇ ਉਹਦੀ ਦਰਦ ਉਹ ਹੀ ਜਾਣਦੇ, ਜਿਨ੍ਹਾਂ ਅੰਦਰ ਉਮਰ ਥਲ ਸੇਈ ਜਾਣਨ ਸੂਲੀਆਂ। ਉਮਰ ਥਲ ਪੇਟ ਦਾ ਵੀ ਇੱਕ ਅਲਸਰ ਹੁੰਦਾ ਡੂੰਘਾ, ਜਦੋਂ ਪੇਟ ਦੀ ਆਂਤ ਦੇ ਵਿੱਚ ਕੋਈ ਡੂੰਘਾ ਜ਼ਖਮ ਹੋ ਜਾਏ ਉਹਦੀ ਸੂਲ ਉਹਦੀ ਪੀੜਾ ਉਹ ਹੀ ਜਾਣੇ ਜਿਹਦੇ ਅੰਦਰ ਹੁੰਦੀ ਹੈ। ਇਸੇ ਤਰ੍ਹਾਂ ਜਿਨ੍ਹਾਂ ਅੰਦਰ ਆਪਣੇ ਮਾਲਕ ਦੇ ਵਿਛੋੜੇ ਦੀ ਤੜਫ ਦਾ ਦੁੱਖ ਹੈ, ਉਸ ਦੁੱਖ ਨੂੰ ਉਹ ਹੀ ਜਾਣਦੇ ਨੇ ਜਿਸ ਦੇ ਤਨ ਤੇ ਲੱਗਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਮਹਾਰਾਜ ਮੇਰੀ ਇਹ ਰੈਣ ਨਹੀਂ ਬੀਤਦੀ, ਮੋਹੇ ਰੈਣ ਨਾ ਵਿਹਾਵੈ। ਵਿਹਾਵੈ ਕਹਿੰਦੇ ਬੀਤਦੀ ਨਹੀਂ ਰਾਤ, ਨੀਂਦ ਨਾ ਆਵੈ। ਮਹਾਰਾਜ ਨੀਂਦ ਨਹੀਂ ਆਉਂਦੀ, ਆਵੇ ਲੈਨੇ ਆ, ਹਟਕੋਰੇ ਲੈਨੇ ਆ, ਇੱਕ ਇੱਕ ਪਲ ਕਰਕੇ ਠੰਡੇ ਠੰਡੇ ਸਾਹ ਆਉਂਦੇ ਆ। ਮਹਾਰਾਜ ਇਹ ਰਾਤ ਬੀਤਦੀ ਨਹੀਂ, ਨੀਂਦ ਆਉਂਦੀ ਨਹੀਂ, ਜਦੋਂ ਤੱਕ ਤੁਹਾਡੇ ਦਰਬਾਰ ਦੇ ਦਰਸ਼ਨ ਨਹੀਂ ਹੁੰਦੇ। ਉਦੋਂ ਤੱਕ ਸੇਜਾ ਇਉਂ ਜਾਪਦੀ ਆ ਵੀ ਸੇਜਾ ਦੇ ਉੱਤੇ ਨਾਗਾਂ ਦੀ ਸੇਜਾ ਹੈ। ਇਉਂ ਲੱਗਦਾ ਤੁਧ ਬਿਨ ਰੋਗ ਰਜਾਈਆਂ ਦਾ ਉੱਡਣ। ਮਹਾਰਾਜ ਉੱਤੇ ਰਜਾਈ ਲੈਣੀ ਉਹ ਜਾਪਦੀ ਆ ਵੀ ਜਿਵੇਂ ਕੋਈ ਰੋਗ ਸਰੀਰ ਦੇ ਉੱਤੇ ਲੱਗ ਗਿਆ। ਤੇ ਜਿਹੜੀ ਸੇਜਾ ਇਉਂ ਲੱਗਦੀ ਆ ਨਾਗ ਨਿਵਾਸਾਂ ਦੇ ਰਹਿਣਾ ਵੀ ਸੱਪ ਵਿਛੇ ਨੇ ਉੱਤੇ। ਹੁਣ ਉਹਨਾਂ ਸੱਪਾਂ 'ਚ ਨੀਂਦ ਆਉਂਦੀ ਆ ਭਲਾ? ਸੇਜਾ ਦੇ ਉੱਤੇ ਸੱਪ ਵਿਛੇ ਦਿਸਦੇ ਆ। ਮਹਾਂਪੁਰਖ ਕਹਿੰਦੇ ਅੰਮ੍ਰਿਤ ਵੇਲੇ ਤੁਹਾਨੂੰ ਇਉਂ ਪ੍ਰਤੀਤ ਹੋਵੇ ਵੀ ਇਹ ਜਿਹੜੀ ਸੇਜ ਹੈ ਇਹਦੇ ਤੇ ਸੱਪ ਵਿਛੇ ਨੇ, ਛੇਤੀ ਉੱਠੋ ਸੱਜਣਾ, ਡੱਸ ਲੈਣਗੇ ਤੈਨੂੰ। ਰੱਬ ਰੱਬ ਕਰ ਲੈ, ਉੱਠ ਕੇ ਇਸ਼ਨਾਨ ਕਰ ਲੈ, ਨਿਤਨੇਮ ਕਰ ਲੈ। ਅੰਮ੍ਰਿਤ ਵੇਲੇ ਤਾਂ ਸੇਜਾ ਦੇ ਉੱਤੇ ਸੱਪ ਹੀ ਦਿਸਣੇ ਚਾਹੀਦੇ ਆ ਸਿੱਖ ਨੂੰ, ਵੀ ਇਹ ਮਿਲਣ ਦਾ ਵੇਲਾ, ਉਸ ਪ੍ਰਭੂ ਨੂੰ, ਅਕਾਲ ਪੁਰਖ ਨੂੰ ਮਿਲਣ ਦਾ ਯਤਨ ਕਰ। ਤੋ ਇੱਥੇ ਮਹਾਰਾਜ ਜੀ ਕਹਿੰਦੇ ਰਾਤ ਵਿਆਉਂਦੀ ਨਹੀਂ, ਬੀਤਦੀ ਨਹੀਂ, ਨੀਂਦ ਆਉਂਦੀ ਨਹੀਂ, ਮਹਾਰਾਜ ਜੀ ਤੁਹਾਡੇ ਦਰਬਾਰ ਦੇ ਦਰਸ਼ਨ ਕੀਤੇ ਬਿਨਾ। ਹਾਂਜੀ। ਹਉ ਕੋਲੀ ਜਿਉ ਕੋਲ ਕੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਮਹਾਰਾਜ ਮੈਂ ਘੁੰਮੀ ਜਾਵਾਂ, ਵਾਰੇ ਜਾਵਾਂ, ਬਲਿਹਾਰ ਜਾਵਾਂ, ਮੇਰੇ ਸੱਚੇ ਸਾਹਿਬ ਤੇਰੇ ਦਰਬਾਰ ਤੋਂ ਬਲਿਹਾਰ ਜਾਵਾਂ। ਮਹਾਰਾਜ ਤੁਹਾਡੇ ਦਰਬਾਰ ਤੋਂ ਅਤਿ ਉੱਚਾ ਤਾਂ ਕਾ ਦਰਬਾਰਾ, ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਮਹਾਰਾਜ ਤੁਹਾਡੇ ਵੱਡੇ ਦਰਬਾਰ ਤੋਂ, ਸੱਚੇ ਦਰਬਾਰ ਤੋਂ ਮੈਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ, ਕੁਰਬਾਨ ਜਾਵਾਂ। ਰਹਾਉ ਰਹਾਉ ਦਾ ਮਤਲਬ ਠਹਿਰਾਓ ਦੇ ਕੇ। ਚੋਪਈ ਕੈ ਸਿੱਖ ਕੋ ਨੀਕੇ ਸਮਝਾਇਓ। ਸਿੱਖ ਨੂੰ ਮਹਾਰਾਜ ਜੀ ਨੇ ਤੀਜੀ ਚਿੱਠੀ ਲਿਖ ਕੇ ਦਿੱਤੀ ਗੁਰੂ ਅਰਜਨ ਸਾਹਿਬ ਨੇ, ਤੇ ਉਹਨੂੰ ਸਮਝਾਇਆ। ਅਬ ਕੇ ਜਾਓ ਗੁਰੂ ਜਿਸ ਥਾਇਓ। ਆਖਿਆ ਲੈ ਸਿੱਖਾ ਮੇਰੀ ਇਹ ਬੇਨਤੀ ਫੜ, ਹੁਣ ਉੱਥੇ ਲੈ ਕੇ ਜਾਵੇਂ। ਮਿਲੋ ਨਾ ਪ੍ਰਿਥੀਏ ਕੋ ਤੈਂ ਜਾਏ। ਗੁਰੂ ਰਾਮਦਾਸ ਸਾਹਿਬ ਪਿਤਾ ਗੁਰੂ ਬੈਠੇ ਹੁਣ, ਪ੍ਰਿਥੀਏ ਨੂੰ ਨਾ ਮਿਲੀ ਜਾ ਕੇ। ਯਤਨ ਕਰੀ ਵੀ ਪ੍ਰਿਥੀਆ ਤੇਰੇ ਮੱਥੇ ਨਾ ਲੱਗੇ। ਜਬ ਗੁਰ ਸੰਗਤ ਬੈਠੇ ਆਏ। ਘਰ ਨਾ ਜਾਈ ਮਹਿਲਾਂ 'ਚ, ਕਿਉਂਕਿ ਮਹਿਲਾਂ ਵਿੱਚ ਤਾਂ ਬਾਬਾ ਜੀ ਹਰ ਵੇਲੇ ਹੁੰਦੇ ਆ ਪ੍ਰਿਥੀ ਚੰਦ। ਤੂੰ ਉੱਥੇ ਜਾਈ ਜਦੋਂ ਗੁਰੂ ਸਾਹਿਬ ਦੀਵਾਨ ਵਿੱਚ ਆਉਣਗੇ, ਜਦੋਂ ਸੰਗਤ ਬੈਠੀ ਹੋਵੇਗੀ, ਦਰਬਾਰ ਸਜਿਆ ਹੋਵੇਗਾ, ਉਦੋਂ ਤੱਕ ਕੋਈ ਵੀ ਜਾਵੇ। ਮਹਿਲਾਂ ਵਿੱਚ ਤਾਂ ਰੋਕ ਹੀ ਲਏਗਾ ਨਾ ਪ੍ਰਿਥੀ ਚੰਦ, ਉਹ ਤਾਂ ਉੱਥੇ ਹੀ ਹੁੰਦਾ। ਜਦੋਂ ਸਤਿਗੁਰੂ ਜੀ ਦਾ, ਪਿਤਾ ਗੁਰੂ ਜੀ ਦਾ ਦਰਬਾਰ ਸਜਿਆ ਹੋਵੇਗਾ, ਸੰਗਤ ਵਿੱਚ ਬੈਠੇ ਹੋਣਗੇ, ਤਬੇ ਅਚਾਨਕ ਜਾਵੋ ਪਾਸ। ਅਚਾਨਕ ਹੀ ਦਰਬਾਰ 'ਚ ਪਹੁੰਚ ਜੇ ਸਿੱਧਾ। ਹਾਂਜੀ। ਕਰੋ ਸਮਰਪਣ ਏਓ ਅਰਦਾਸ। ਸਾਡੀ ਇਹ ਅਰਦਾਸ ਪਿਤਾ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਸਮਰਪਣ ਕਰੀ, ਭੇਟ ਕਰੀ। ਹਮ ਦਿਸ਼ ਤੇ ਬੰਧਨ ਕੋ ਕਰੀਏ। ਤੇਰੇ ਵੱਲੋਂ ਪਿਤਾ ਗੁਰੂ ਜੀ ਦੇ ਚਰਨਾਂ ਤੇ ਸਿਰ ਧਰ ਕੇ ਮੱਥਾ ਟੇਕੀ ਗੁਰਸਿੱਖਾ। ਜਦੋਂ ਜਾਵੇਂ
ਮੇਰੇ ਵੱਲੋਂ ਉਹਨਾਂ ਦੇ ਚਰਨਾਂ ਤੇ ਨਮਸਕਾਰ ਕਰੀ। ਕਰ ਜੋੜੋ ਚਰਨਨ ਸਿਰ ਧਰੀਏ, ਹੱਥ ਜੋੜ ਕੇ ਉਹਨਾਂ ਦੇ ਚਰਨਾਂ ਤੇ ਸੀਸ ਧਰ ਕੇ ਨਮਸਕਾਰ ਕਰੀ। ਦੋਹਰਾ ਮਿਲੋ ਨਾ ਪ੍ਰਿਥੀਏ ਕੋ ਪ੍ਰਥਮ, ਸਮਝਾਏ ਬਹੁ ਬਾਰ। ਮਹਾਰਾਜ ਜੀ ਨੇ ਆਖਿਆ ਪਹਿਲਾਂ ਪ੍ਰਿਥੀਏ ਨੂੰ ਨਾ ਜਾ ਕੇ ਮਿਲਿਓ, ਜਿਵੇਂ ਪਹਿਲੇ 2 ਵਾਰੀ ਮਿਲੇ ਹੋ ਮਹਿਲਾਂ 'ਚ ਨਹੀਂ ਜਾਣ ਦੀ ਲੋੜ। ਜਿੱਥੇ ਦਰਬਾਰ ਸਜੇਗਾ ਗੁਰੂ ਸਾਹਿਬ ਦਾ ਦੀਵਾਨ ਸਜਦਾ ਉੱਥੇ ਜਾਈ, ਏਦਾਂ ਸਤਿਗੁਰਾਂ ਸਮਝਾਇਆ। ਦਈ ਪਤਰ ਕਾ ਸਿੱਖ ਕਰ, ਗੁਰ ਕੋ ਬੰਧਨ ਤਾਰ। ਪਿਤਾ ਗੁਰੂ ਰਾਮਦਾਸ ਸਾਹਿਬ ਦਾ ਧਿਆਨ ਧਾਰ ਕੇ ਮੱਥਾ ਟੇਕ ਕੇ ਉਹ ਚਿੱਠੀ ਸਿੱਖ ਦੇ ਹੱਥ ਦੇ ਕੇ ਉਹਨੂੰ ਤੋਰਿਆ। ਚੌਪਈ ਧਿਆਨ ਪਿਤਾ ਗੁਰ ਕੋ ਉਰ ਤਰਿਓ। ਤੀਜੀ ਚਿੱਠੀ ਭੇਜਣ ਤੋਂ ਬਾਅਦ, ਸਿੱਖ ਨੂੰ ਵਿਦਾ ਕਰਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਆਪਣੇ ਪਿਤਾ ਗੁਰੂ ਸੋਢੀ ਸੁਲਤਾਨ ਪਾਤਸ਼ਾਹ, ਦੀਨ ਦੁਨੀਆ ਦੇ ਸੁਆਮੀ ਜਗਤ ਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਧਿਆਨ ਧਾਰਨ ਕੀਤਾ। ਮਨ ਕਰ ਪਗ ਪ੍ਰਣਾਮ ਕੋ ਕਰਿਓ। ਮਨ ਕਰਕੇ ਪਿਤਾ ਗੁਰੂ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ, ਨਮਸਕਾਰ ਕੀਤੀ। ਹਿਰਦੇ ਪ੍ਰੇਮ ਕੀ ਖੇਚ ਵਿਸਾਲੇ। ਹਿਰਦੇ 'ਚ ਪ੍ਰੇਮ ਦੀ ਖਿੱਚ ਪਾਈ ਗੁਰੂ ਰਾਮਦਾਸ ਸਾਹਿਬ ਨੂੰ। ਪ੍ਰੇਮ ਦੀਆਂ ਡੋਰੀਆਂ ਪਾ ਕੇ ਗੁਰੂ ਰਾਮਦਾਸ ਸਾਹਿਬ ਨੂੰ ਖਿੱਚ ਪਾਈ। ਕਿਉਂ ਨੇ ਜਾਨੋ ਮੋਰ ਹਵਾਲੇ। ਪ੍ਰੇਮ ਦੀ ਖਿੱਚ ਪਾ ਕੇ ਨੇਤਰ ਬੰਦ ਨੇ ਗੁਰੂ ਅਰਜਨ ਸਾਹਿਬ ਦੇ, ਨੇਤਰਾਂ 'ਚੋਂ ਨੀਰ ਵਹਿ ਰਿਹਾ ਹੈ ਤੇ ਦਿਲੋਂ ਕਹਿ ਰਹੇ ਨੇ, ਹੇ ਮੇਰੇ ਸਤਿਗੁਰੂ, ਤੁਸੀਂ ਮੇਰੀ ਪੀੜਾ, ਮੇਰੇ ਹਵਾਲ ਨੂੰ ਕਿਉਂ ਨਹੀਂ ਜਾਣ ਰਹੇ? ਕਿਉਂ ਨਾ ਜਾਨੋ ਮੋਰ ਹਵਾਲੇ। ਹੇ ਪਿਤਾ ਗੁਰਦੇਵ ਜੀ, ਮੇਰਾ ਹਵਾਲ, ਮੇਰਾ ਹਾਲ ਤੁਸੀਂ ਕਿਉਂ ਨਹੀਂ ਜਾਣਦੇ? ਦੀਨ ਬੰਧੂ ਪ੍ਰਭ ਅੰਤਰ ਜਾਮੀ। ਮਹਾਰਾਜ ਤੁਸੀਂ ਦੀਨਾ ਬੰਧੂ ਹੋ। ਹੇ ਮੇਰੇ ਪ੍ਰਭੂ ਜੀ, ਤੁਸੀਂ ਅੰਤਰ ਜਾਮੀ ਹੋ, ਸਭ ਦਿਆਂ ਦਿਲਾਂ ਦੀਆਂ ਜਾਣਦੇ ਹੋ। ਕਿਰਪਾ ਸਿੰਧ ਸੁਖਦਾਇਕ ਸੁਆਮੀ। ਹੇ ਕਿਰਪਾ ਸਿੰਧ ਸੁਆਮੀ ਜੀ, ਤੁਸੀਂ ਸੁਖ ਦੇਣ ਵਾਲੇ ਸੁਆਮੀ ਹੋ। ਦਿਨ ਮੈਂ ਖਾਨ ਪਾਨ ਨੈ ਪਾਵਤ। ਮਹਾਰਾਜ ਜੀ, ਦਿਨ ਵਿੱਚ ਖਾਣਾ ਪਾਨਣਾ ਮੈਨੂੰ ਨਹੀਂ ਭਾਉਂਦਾ। ਬੇਨਤੀ ਕਰ ਰਹੇ ਨੇ ਪੰਜਵੇਂ ਪਾਤਸ਼ਾਹ, ਦਿਨ ਮੈਂ ਖਾਨ ਪਾਨ ਨਹਿ ਭਾਵਤ। ਦਿਨ 'ਚ ਖਾਨ ਪਾਨ ਮਹਾਰਾਜ ਜੀ ਮੈਨੂੰ ਨਹੀਂ ਭਾਉਂਦਾ। ਨਿਸ ਮੈਂ ਪਰੇ ਨੀਂਦ ਨੈ ਆਵਤ। ਰਾਤ ਵੇਲੇ ਮਹਾਰਾਜ ਮੈਨੂੰ ਨੀਂਦ ਨਹੀਂ ਆਉਂਦੀ। ਲਖਿਓ ਨਿਲਾਇਕ ਮੋਏ ਭੁਲਾਏ। ਮਹਾਰਾਜ ਮੈਨੂੰ ਨਲਾਇਕ ਪੁੱਤਰ ਜਾਣ ਕੇ ਭੁਲਾ ਛੱਡਿਆ ਚੌਥੇ ਪਾਤਸ਼ਾਹ। ਏਦਾਂ ਬੇਨਤੀਆਂ ਕਰ ਰਹੇ ਗੁਰੂ ਅਰਜਨ ਸਾਹਿਬ। ਨੇਤਰਾਂ 'ਚੋਂ ਨੀਰ ਵਹੀ ਜਾਂਦਾ ਤੇ ਮਨ 'ਚ ਧਿਆਨ ਗੁਰੂ ਸਾਹਿਬ ਦਾ ਧਾਰਿਆ। ਸਿਰ ਮਹਾਰਾਜ ਜੀ ਦੇ ਚਰਨਾਂ ਤੇ ਧਰਿਆ ਗੁਰੂ ਰਾਮਦਾਸ ਸਾਹਿਬ ਦੇ ਧਿਆਨ ਵਿੱਚ ਹੀ। ਮਹਾਰਾਜ ਮੈਨੂੰ ਨਲਾਇਕ ਜਾਣ ਕੇ ਭੁਲਾ ਦਿੱਤਾ ਹੈ। ਦਰਸ਼ਨ ਕੋ ਨਿਤ ਚਿਤ ਅਕੁਲਾਏ। ਤੁਹਾਡੇ ਦਰਸ਼ਨਾਂ ਵਾਸਤੇ ਮੇਰਾ ਚਿੱਤ ਨਿਤ ਹੀ ਵਿਆਕੁਲ ਹੈ, ਬੇਬਲ ਹੈ। ਇਤਿਆਦਿਕ ਅਨੇਕ ਮਨ ਗਿਣਤੀ। ਇਤਿਆਦਿਕ ਕਈ ਤਰ੍ਹਾਂ ਦੀਆਂ ਗਿਣਤੀਆਂ। ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੇ ਮਨ ਹੀ ਮਨ ਗਿਣਦੇ ਹਨ। ਅੰਤਰ ਗਤੀ ਕਰਤ ਚਿਤ ਬਿਨਤੀ। ਔਰ ਅੰਦਰੋਂ ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਹਨ। ਸਤਿਗੁਰ ਜਾਣੇ ਉਰ ਕੋ ਪ੍ਰੇਮ। ਕਿਉਂਕਿ ਗੁਰੂ ਸਾਹਿਬ ਜੀ ਆਪਣੇ ਦਾਸਾਂ ਤੇ ਸੇਵਕਾਂ ਦੇ ਅੰਦਰ ਦਾ ਪ੍ਰੇਮ ਜਾਣਦੇ ਹਨ। ਪ੍ਰੇਮ ਬਸੀ ਹੋਏ ਜਿਨ ਕੋ ਨੇਮ। ਜਿਨ੍ਹਾਂ ਦਾ ਨੇਮ ਹੀ ਇਹ ਹੈ, ਜਿੱਥੇ ਪ੍ਰੇਮ ਵੇਖਦੇ ਨੇ ਪ੍ਰੇਮ ਦੇ ਵਸ ਹੋ ਜਾਂਦੇ ਨੇ। ਗੁਰੂ ਸਾਹਿਬ ਦਾ ਇਹ ਨੇਮ ਹੈ, ਉਹ ਪ੍ਰੇਮ ਦੇ ਵਸੀਕਾਰ ਹੁੰਦੇ ਹਨ। ਪਰਖੇ ਸੁਤਿਆਇਸ ਅਨੁਸਾਰੀ। ਸਤਿਗੁਰੂ ਜੀ ਪਰਖ ਰਹੇ ਨੇ ਵੀ ਸਾਡਾ ਸਾਹਿਬਜ਼ਾਦਾ ਸਾਡੀ ਆਗਿਆ ਮੰਨਦਾ, ਸਾਡੇ ਪੁੱਤਰ ਸਾਡੇ ਸਾਹਿਬਜ਼ਾਦੇ ਆਗਿਆ ਅਨੁਸਾਰੀ ਹਨ ਕਿ ਨਹੀਂ। ਦੇਨ ਹੇਤ ਜਗ ਗੁਰਤਾ ਪਾਰੀ। ਕਿਉਂ ਪਰਖ ਰਹੇ ਨੇ? ਕਿਉਂਕਿ ਜਗਤ ਦੀ ਬੜੀ ਵੱਡੀ ਗੁਰਿਆਈ ਹੈ, ਭਾਰੀ ਗੁਰਤਾ। ਜਿਸ ਤੋਂ ਵੱਡਾ ਰੁਤਬਾ ਹੀ ਕੋਈ ਨਹੀਂ ਸੰਸਾਰ ਦੇ ਵਿੱਚ, ਉਹ ਵਡਿਆਈ ਦੇਣਾ ਚਾਹੁੰਦੇ ਹਨ। ਲਵਪੁਰ ਤੇ ਲੈ ਕਰ ਅਰਦਾਸ। ਉਧਰੋਂ ਸਿੱਖ ਨੇ ਅਰਦਾਸ ਲਈ। ਉਹ ਅਰਦਾਸ ਲੈ ਕੇ ਤੀਸਰੀ ਚਿੱਠੀ ਲਾਹੌਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਗਮਨਿਓ ਸਿੱਖ ਤਰੇ ਗੁਰਿਆਸ। ਔਰ ਸ਼ਹਿਰ ਤੋਂ ਚੱਲ ਪਿਆ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਆਸ।
ਉਸ ਸਿੱਖ ਨੇ ਆਪਣੇ ਹਿਰਦੇ 'ਚ ਧਾਰਨ ਕੀਤੀ ਹੋਈ ਹੈ। ਮਗ ਉਲੰਘ ਸਗਰੋ ਕ੍ਰਮ ਕਰਕੇ ਸਾਰਾ ਪੈਂਡਾ ਤੈਅ ਕਰਦਿਆਂ ਲਾਹੌਰ ਤੋਂ ਚੱਲ ਕੇ ਸਿੱਖ ਆਇਆ। ਮਿਲੋ ਹਜ਼ੂਰ ਸਮੋ ਸੁਭ ਵਿਚਰ ਕੇ ਔਰ ਵਿਚਾਰ ਕੇ ਵੀ ਜਦੋਂ ਗੁਰੂ ਸਾਹਿਬ ਦਾ ਦੀਵਾਨ ਸਜੇਗਾ ਉਦੋਂ ਜਾਵਾਂਗਾ ਗੁਰੂ ਚਰਨਾਂ ਵਿੱਚ। ਜਬ ਦਿਨ ਜਾਮ ਰਿਓ ਤਬ ਆਇਵ ਆਈ ਵੇਲਾ ਜਿਹੜਾ ਆ ਹੁਣ ਦਾ ਸਮਾਂ ਸ਼ਾਮ ਦਾ ਪੈਰਕ ਦਾ, ਇਸ ਵੇਲੇ ਸਤਿਗੁਰੂ ਦਾ ਦੀਵਾਨ ਸਜਦਾ ਸੀ ਮਹਾਰਾਜ ਜੀ ਦਾ। ਉਸ ਵੇਲੇ ਉਹ ਸਿੱਖ ਆਇਆ। ਪਿਖੇ ਨ ਪ੍ਰਿਥਿਆ ਆਪ ਬਚਾਇਵ ਸੱਜੇ ਖੱਬੇ ਸਿੱਖ ਨਿਗਾਹ ਮਾਰ ਕੇ ਵੇਖਦਾ ਵੀ ਕਿਤੇ ਮੀਣਾ ਨਾ ਦਿਸ ਪਏ ਪ੍ਰਿਥੀਆ। ਉਹਦੀਆਂ ਅੱਖਾਂ ਤੋਂ ਆਪਣਾ ਆਪ ਬਚਾਉਂਦੇ ਹਨ। ਸਤਿਗੁਰ ਜਹਾਂ ਦੀਵਾਨ ਲਗਾਇਵ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਦੀਵਾਨ ਸਜਾ ਕੇ ਬੈਠੇ ਸਨ। ਪ੍ਰਭ ਸ਼ਿਉਤਾ ਅਚਾਨਕ ਜਾਇਵ ਅਚਾਨਕ ਹੀ ਉਹ ਸਿੱਖ ਮਹਾਰਾਜ ਜੀ ਦੇ ਦੀਵਾਨ ਵਿੱਚ ਸਭਾ ਵਿੱਚ ਆ ਪਹੁੰਚਿਆ। ਹੱਥ ਜੋੜ ਬੰਦਨ ਕੋ ਠਾਨੀ ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਗੁਰੂ ਚਰਨਾਂ 'ਚ ਬੰਦਨਾ ਕੀਤੀ, ਮੱਥਾ ਟੇਕਿਆ। ਪੁਨ ਸੰਗਤ ਕੀ ਨਮੋ ਬਖਾਨੀ ਔਰ ਫਿਰ ਸਾਰੀ ਸੰਗਤ ਵੱਲੋਂ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ, ਨਮਸਕਾਰ ਕੀਤੀ। ਕਰ ਪਰ ਧਰ ਅਰਦਾਸ ਅਗਾਰੀ ਫਿਰ ਉਹ ਚਿੱਠੀ ਏਦਾਂ ਬੁੱਕ ਦੇ ਵਿੱਚ ਕਰਕੇ ਅੱਗੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਸਨਮੁਖ ਕਰਕੇ ਸਿੱਖ ਨੇ ਬੇਨਤੀ ਕੀਤੀ। ਸ਼੍ਰੀ ਅਰਜਨ ਕੀ ਅਰਜ਼ ਗੁਜ਼ਾਰੀ ਆਖਿਆ ਮਹਾਰਾਜ ਇਹ ਗੁਰੂ ਅਰਜਨ ਸਾਹਿਬ ਦੀ ਅਰਦਾਸ ਹੈ, ਇਹ ਗੁਰੂ ਅਰਜਨ ਸਾਹਿਬ ਦੀ ਚਿੱਠੀ ਹੈ। ਸੁਨ ਸ਼੍ਰੀ ਰਾਮਦਾਸ ਨੇ ਲੀਨਸ ਸੁਣ ਕੇ ਉਹ ਚਿੱਠੀ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਲਈ। ਖੋਲ ਪਤਰਿਕਾ ਦੇਖਨ ਕੀਨਸ ਔਰ ਉਸ ਚਿੱਠੀ ਨੂੰ ਪੱਤਰਕਾ ਨੂੰ ਖੋਲ ਕੇ ਮਹਾਰਾਜ ਜੀ ਨੇ ਵੇਖਿਆ। ਮਹਿਦ ਪ੍ਰੇਮ ਤੇ ਦਰਸ਼ਨ ਚਾਹੋ ਵੇਖਿਆ ਜਦੋਂ ਉਹਦੇ 'ਚ ਲਿਖਿਆ ਹੋਇਆ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਇਹ ਚਿੱਠੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੇਖੀ ਤੇ ਪੜ੍ਹੀ। ਵੇਖਿਆ ਗੁਰੂ ਅਰਜਨ ਸਾਹਿਬ ਦੇ ਹਿਰਦੇ ਦਾ ਪ੍ਰੇਮ। ਨਹੀਂ ਸ਼ਾਂਤ ਨਿਸਬਾਸਰ ਮਾਉ ਹਾਂਜੀ, ਰਾਤ ਦਿਨ ਵਿੱਚ ਗੁਰੂ ਅਰਜਨ ਸਾਹਿਬ ਦੇ ਮਨ ਨੂੰ ਸ਼ਾਂਤੀ ਨਹੀਂ ਸਾਡੇ ਦਰਸ਼ਨਾਂ ਬਿਨਾ। ਹਾਂਜੀ, ਪ੍ਰੇਮ ਮਹਾ ਤੇ ਵਿਆਕੁਲ ਹੋਵਾ ਸਾਡੇ ਪ੍ਰੇਮ ਦੇ ਵਿੱਚ ਮਹਾਨ ਵਿਆਕੁਲ ਤੇ ਬਿਰਹਾ ਤੁਰ ਹੋ ਰਹੇ ਨੇ ਗੁਰੂ ਅਰਜਨ ਸਾਹਿਬ। ਹਮਰੇ ਬਿਰਹਾ ਤੁਰ ਸੁਤ ਜੋਆ ਵੇਖਿਆ ਮਹਾਰਾਜ ਜੀ ਨੇ ਵੀ ਸਾਡਾ ਪੁੱਤਰ ਸਾਡੇ ਵਿਛੋੜੇ ਦੀ ਤੜਫ ਦੇ ਵਿੱਚ ਤੜਫ ਰਿਹਾ ਹੈ, ਬੇਬਲ ਹੈ। ਜਾਨ ਦਸ਼ਾ ਲੋਚਨ ਪਰ ਆਏ ਗੁਰੂ ਅਰਜਨ ਸਾਹਿਬ ਦੇ ਮਨ ਦੀ ਦਸ਼ਾ ਜਾਣ ਕੇ ਗੁਰੂ ਰਾਮਦਾਸ ਸਾਹਿਬ ਦੇ ਵੀ ਨੇਤਰ ਭਰ ਆਏ। ਚੌਥੇ ਪਾਤਸ਼ਾਹ ਦੀਆਂ ਵੀ ਅੱਖਾਂ ਭਰ ਆਈਆਂ। ਰੁਕਿਓ ਕੰਠ ਨੇ ਬੋਲਿਓ ਜਾਏ ਗੁਰੂ ਰਾਮਦਾਸ ਸਾਹਿਬ ਦਾ ਵੀ ਕੰਠ ਰੁਕ ਗਿਆ, ਬੋਲ ਨਹੀਂ ਹੁੰਦਾ, ਕੁਝ ਕਿਹਾ ਨਹੀਂ ਜਾ ਸਕਿਆ। ਕੁਝ ਸਮੇਂ ਲਈ ਬਿਲਕੁਲ ਹੀ ਅਬੋਲ ਹੋ ਗਏ। ਪੁੱਤਰਨ ਵਿਖੇ ਟੇਕ ਇਨ ਰਾਖੀ ਸੋਚਦੇ ਨੇ ਸਾਡੇ ਸਾਹਿਬਜ਼ਾਦਿਆਂ ਚੋਂ ਇਹਨਾਂ ਨੇ ਟੇਕ ਰੱਖ ਲਈ ਹੈ, ਗੁਰਗੱਦੀ ਦੀ ਟੇਕ ਇਹਨਾਂ ਨੇ ਰੱਖ ਲਈ ਹੈ। ਰਹਿ ਆਇਸ ਮੈਂ ਦਰਸ਼ਨ ਕਾਂਖੀ ਸਾਡੀ ਆਗਿਆ 'ਚ ਰਹਿਣ ਵਾਲੇ ਨੇ ਔਰ ਸਾਡੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ। ਸਰਬ ਸਰਾਹੇ ਗੁਰਤਾ ਪਾਰ ਗੁਰਗੱਦੀ ਦਾ ਸਾਰਾ ਭਾਰ ਗੁਰੂ ਅਰਜਨ ਸਾਹਿਬ ਸਹਾਰ ਲੈਣਗੇ। ਇਹ ਗੁਰਗੱਦੀ ਦੇ ਭਾਰ ਨੂੰ ਸੰਭਾਲ ਲੈਣਗੇ। ਅਜਰ ਜਰੇਂਗੋ ਨੇ ਹੰਕਾਰ ਜਰ ਨੂੰ ਜਰ ਲੈਣਗੇ। ਇਹਨਾਂ ਅੰਦਰ ਕੋਈ ਹੰਕਾਰ ਨਹੀਂ ਕਿ ਮੈਂ ਗੁਰੂ ਦਾ ਪੁੱਤਰ ਹਾਂ। ਰਾਖੀ ਸੋਡ ਬੰਸ ਵਡਿਆਈ ਇਹਨਾਂ ਨੇ ਸੋਢੀਆਂ ਦੀ ਬੰਸ ਦੀ ਵਡਿਆਈ ਰੱਖ ਲਈ ਹੈ, ਸੋਢ ਬੰਸ ਦੇ ਵਿੱਚ ਵਡਿਆਈ ਰੱਖ ਲਈ ਹੈ। ਨਹੀਂ ਜਾਣ ਦੀਨਸ ਕਿਸ ਥਾਈ ਸੋਢੀਆਂ ਦੀ ਬੰਸ ਦੀ ਇਹ ਵਡਿਆਈ ਇਹਨਾਂ ਨੇ ਰੱਖ ਲਈ ਹੈ, ਕਿਤੇ ਹੋਰ ਪਾਸੇ ਨਹੀਂ ਜਾਣ ਦਿੱਤੀ। ਸਤਿ ਸ੍ਰੀ ਅਕਾਲ। ਤੁਕੈ ਸ਼ਬਦ ਕੀ ਰੁਚਿਰ ਬਣਾਈ ਤੇ ਫਿਰ ਇਹ ਬਾਣੀ ਦੀਆਂ ਪੰਕਤੀਆਂ ਬੜੀਆਂ ਹੀ ਸੁੰਦਰ ਬਣਾ ਕੇ ਭੇਜੀਆਂ ਨੇ। ਕੈਸੀ ਸੁੰਦਰ ਰਚਨਾ। ਗੁਰੂ ਅਮਰਦਾਸ ਸਾਹਿਬ ਦੇ ਵਾਕ ਸਫੁਰਤ ਹੋ ਰਹੇ ਨੇ। ਦੋਇਥਾ ਬਾਣੀ ਕਾ ਬੋਇਥਾ। ਹਾਂਜੀ, ਬਾਣੀ ਰਚੇ ਨਰਨ ਗਤ ਦਾਈ ਜੀਵਾਂ ਨੂੰ ਮੁਕਤੀ ਦੇਣ ਵਾਲੀ,
ਕਲਿਆਣਕਾਰੀ ਬਾਣੀ ਦੀ ਇਹ ਰਚਨਾ ਰਚਣਗੇ। ਹਮਰੀ ਆਗਿਆ ਬੰਧਨ ਮਾਈ। ਸਾਡੀ ਆਗਿਆ ਦੇ ਬੰਧਨ 'ਚ ਬੈਠੇ ਨੇ ਉੱਥੇ। ਗੁਰੂ ਅਰਜਨ ਸਾਹਿਬ ਨੂੰ ਬੰਧਨ ਕਿਹੜਾ ਉੱਥੇ ਲਾਹੌਰ, ਕਿਹੜਾ ਬੰਧਨ ਰੋਕ ਕੇ ਬੈਠਾ? ਗੁਰੂ ਰਾਮਦਾਸ ਸਾਹਿਬ ਦਾ ਹੁਕਮ ਵੀ ਜਦੋਂ ਤੱਕ ਬੁਲਾਈਏ ਨਾ ਆਉਣਾ ਨਹੀਂ। ਇਸ ਆਗਿਆ ਦੇ ਬੰਧਨ ਵਿੱਚ ਰਿਓ ਸਥਿਤ ਮੇਟੀ ਜਿਸ ਨਾਈ। ਉੱਥੇ ਸਥਿਤ ਰਹੇ ਨੇ, ਉਹਨਾਂ ਨੇ ਸਾਡੀ ਆਗਿਆ ਨਹੀਂ ਮੇਟੀ। ਪ੍ਰੇਮ ਵਿਖੇ ਬੇਬਲ ਹੋਏ ਰਹੇ। ਔਰ ਸਾਡੇ ਪ੍ਰੇਮ ਦੇ ਵਿੱਚ ਬੇਬਲ ਹੋ ਰਹੇ ਹਨ। ਅਤ ਪ੍ਰਸੰਨ ਮਨ ਬਚ ਤਬ ਕਹੇ। ਔਰ ਅਤੀ ਪ੍ਰਸੰਨ ਹੋਏ ਮਨ ਬਚ ਕਰਮ ਕਰਕੇ ਗੁਰੂ ਰਾਮਦਾਸ ਸਾਹਿਬ ਜੀ। ਦੇਖੋ ਭਾਈ ਬ੍ਰਿਧ ਸੁਤੇ ਅਰਜਨ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਲਾਗੇ ਬੈਠੇ ਸੀ ਚੌਥੇ ਪਾਤਸ਼ਾਹ ਦੇ। ਮਹਾਰਾਜ ਜੀ ਕਹਿੰਦੇ ਭਾਈ ਬਿਰਧ ਬਾਬਾ ਬੁੱਢਾ ਸਾਹਿਬ ਜੀ, ਭਾਈ ਬੁੱਢਾ ਜੀ ਸੁਣੋ, ਗੁਰੂ ਅਰਜਨ ਜੀ ਪ੍ਰੇਮ ਵਿਖੇ ਲਿਖ ਆਪਣੀ ਅਰਜ਼ਨ। ਆ ਵੇਖੋ ਕਿੰਨੀ ਸੋਹਣੀ ਬੇਨਤੀ ਪ੍ਰੇਮ ਸਹਿਤ ਉਹਨਾਂ ਨੇ ਆਪਣੀ ਅਰਜ਼, ਆਪਣੀਆਂ ਬੇਨਤੀਆਂ ਲਿਖ ਕੇ ਭੇਜੀਆਂ ਹਨ। ਪਠੀ ਇਆਂ ਸੋਂ ਪਠੀ ਬਣਾਏ। ਜਿਹੜੀ ਭੇਜੀ ਸੀ ਗੁਰੂ ਸਾਹਿਬ ਨੇ ਚਿੱਠੀ, ਉਹ ਗੁਰੂ ਰਾਮਦਾਸ ਸਾਹਿਬ ਨੇ ਪੜ੍ਹ ਕੇ ਸੁਣਾਈ। ਤੁਕਾਂ ਸ਼ਬਦ ਕੀ ਸੁੰਦਰ ਪਾਏ। ਸ਼ਬਦ ਦੀਆਂ ਬੜੀਆਂ ਸੁੰਦਰ ਤੁਕਾਂ ਬਣਾਈਆਂ ਹਨ। ਚਿਰ ਹੋਇਓ ਲਵਪੁਰੀ ਪਠਾਇਓ। ਵਾਵਾ ਸਮਾਂ ਹੋ ਗਿਆ ਉਹਨਾਂ ਨੂੰ ਲਾਹੌਰ ਸ਼ਹਿਰ ਭੇਜਿਆ ਹੋਇਆ। ਲਈ ਨਾ ਹਮ ਸੁਧ ਚਿਤ ਅਕੁਲਾਇਓ। ਮੁੜ ਕੇ ਉਹਨਾਂ ਨੂੰ ਭੇਜ ਕੇ ਅਸੀਂ ਉਹਨਾਂ ਦੀ ਸੁਧ ਨਹੀਂ ਲਈ, ਖਬਰ ਨਹੀਂ ਲਈ, ਜਿਸ ਕਰਕੇ ਪੁੱਤਰ ਅਰਜਨ ਦੇਵ ਦਾ ਮਨ ਵਿਆਕੁਲ ਹੋ ਰਿਹਾ, ਬੇਬਲ ਹੋ ਰਿਹਾ। ਅਬ ਤੈਂ ਤੁਮਰੇ ਪਹੁੰਚਨ ਬਨੇ। ਬਾਬਾ ਬੁੱਢਾ ਸਾਹਿਬ ਜੀ ਹੁਣ ਤਾਂ ਤੁਹਾਡਾ ਹੀ ਜਾਣਾ ਬਣਦਾ ਉੱਥੇ, ਕਿ ਤੁਸੀਂ ਜਾਓ ਲਾਹੌਰ ਸ਼ਹਿਰ। ਆਨੋ ਤਿਨੇ ਪ੍ਰੇਮ ਮਨ ਸਨੇ। ਔਰ ਪ੍ਰੇਮ ਦੇ ਨਾਲ ਭੇਜਿਆ ਹੋਇਆਂ ਨੂੰ ਸਾਡੇ ਕੋਲ ਲੈ ਕੇ ਆਵੋ ਗੁਰੂ ਅਰਜਨ ਦੇਵ ਸਾਹਿਬ ਨੂੰ। ਤੁਸੀਂ ਜਾਓ ਬਾਬਾ ਬੁੱਢਾ ਸਾਹਿਬ ਜੀ। ਸੁਨ ਸਤਿਗੁਰ ਤੇ ਤਬ ਬ੍ਰਿਧ ਪਾਈ। ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਸਤਿਗੁਰੂ ਜੀ ਦੇ ਇਹ ਬਚਨ ਸੁਣੇ, ਸ਼੍ਰੀ ਅਰਜਨ ਕੀ ਬਹੁ ਵਡਿਆਈ। ਬਾਬਾ ਬੁੱਢਾ ਸਾਹਿਬ ਨੇ ਗੁਰੂ ਅਰਜਨ ਸਾਹਿਬ ਦੀ ਬਹੁਤ ਵਡਿਆਈ ਕਹੀ। ਲਗਿਓ ਸਰਾਹਨ ਸ਼ੀਲ ਬਿਸਾਲਾ। ਸ਼ਲਾਘਾ ਕਰਨ ਲੱਗੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਤੁਹਾਡੇ ਸਭ ਤੋਂ ਛੋਟੇ ਸਾਹਿਬਜ਼ਾਦੇ ਸ਼੍ਰੀ ਅਰਜਨ ਦੇਵ ਜੀ ਦਾ ਸੁਭਾਅ ਬੜਾ ਹੀ ਸ਼ੀਲ ਹੈ, ਉਹ ਬੜੇ ਠੰਡੇ ਮਤੇ ਵਾਲੇ ਹਨ। ਲੇਸ਼ ਹੰਕਾਰ ਨਹੀਂ ਕਿਸ ਕਾਲਾ। ਉਹਨਾਂ ਦੇ ਅੰਦਰ ਕਦੇ ਕਿਸੇ ਪ੍ਰਕਾਰ ਦੇ ਹੰਕਾਰ ਦਾ ਲੇਸ਼ ਮਾਤਰ ਵੀ ਅਸੀਂ ਨਹੀਂ ਵੇਖਿਆ। ਰਾਵਰ ਕੀ ਆਇਸ ਕੋ ਪਾਏ। ਮਹਾਰਾਜ ਉਹ ਤਾਂ ਸਦਾ ਤੁਹਾਡੀ ਆਗਿਆ 'ਚ ਚੱਲਣ ਵਾਲੇ, ਤੁਹਾਡੀ ਆਗਿਆ ਨੂੰ ਮੰਨ ਕੇ ਹੋਤ ਪ੍ਰਾਤ ਕੇ ਲਵਪੁਰ ਜਾਏ। ਗਏ ਹੋਏ ਨੇ। ਹੁਣ ਤੁਹਾਡਾ ਹੁਕਮ ਹੋਇਆ ਮੈਂ ਕੱਲ ਸਵੇਰੇ ਹੀ ਲਾਹੌਰ ਸ਼ਹਿਰ ਨੂੰ ਜਾਵਾਂਗਾ। ਮੈਂ ਆਨੋ ਗੋ ਅੰਮ੍ਰਿਤਸਰ ਮੈਂ। ਔਰ ਮੈਂ ਆਪ ਖੁਦ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਵਾਂਗਾ। ਜਿਨ ਕੇ ਅਤੀ ਲਾਲਸਾ ਉਰ ਮੈਂ। ਜਿਨ੍ਹਾਂ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਅਤੀ ਲਾਲਸਾ ਹੈ, ਇਮ ਕੈ ਸੁਨ ਕੈ ਨਿਸਾ ਬਿਤਾਈ। ਉਹਨਾਂ ਨੂੰ ਜ਼ਰੂਰ ਲੈ ਕੇ ਆਵਾਂਗਾ ਆਪ ਜੀ। ਤਾਈਓ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਹੋਣਾ ਨੇ ਰਾਤ ਬਤੀਤ ਕੀਤੀ। ਚਲਤ ਪਿਓ ਮਗ ਬੁੱਢਾ ਭਾਈ। ਅਗਲੇ ਦਿਨ ਸਵੇਰੇ ਉਸੇ ਸਿੱਖ ਨੂੰ ਨਾਲ ਲਿਆ। ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਚੱਲ ਪਏ। ਏਕ ਨਿਸਾ ਬਸ ਕੈ ਪੁਰ ਗਏ। ਰਸਤੇ 'ਚ ਇੱਕ ਰਾਤ ਬਤੀਤ ਕਰਕੇ ਦੂਸਰੇ ਦਿਨ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਪਹੁੰਚੇ। ਧਰਮਸਾਲ ਮੈਂ ਪ੍ਰਾਪਤ ਪਇਓ। ਸੋਨਾ ਮੰਡੀ ਲਾਹੌਰ ਵਿੱਚ ਜਿੱਥੇ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ ਹੈ, ਪ੍ਰਕਾਸ਼ ਸਥਾਨ, ਉਸ ਜਗ੍ਹਾ ਤੇ ਬਾਬਾ ਬੁੱਢਾ ਸਾਹਿਬ ਜੀ ਗਏ, ਕਿਉਂਕਿ ਗੁਰੂ ਅਰਜਨ ਸਾਹਿਬ ਉੱਥੇ ਹੀ ਬਿਰਾਜਮਾਨ ਸਨ। ਹਾਂਜੀ, ਦੇਖ ਇਸੇ ਸਿੱਖ ਜੇ ਸਮੁਦਾਈ। ਜਿੰਨੇ ਸਿੱਖ ਸਨ ਲਾਹੌਰ ਸ਼ਹਿਰ ਦੇ, ਜਦੋਂ ਉਹਨਾਂ ਨੇ ਵੇਖਿਆ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਆਏ ਹਨ, ਸ਼੍ਰੀ ਅਰਜਨ ਜੁਤ ਉੱਠ ਅਗਵਾਈ। ਗੁਰੂ ਅਰਜਨ ਸਾਹਿਬ ਨੂੰ ਕਿਸੇ ਖਬਰ ਦਿੱਤੀ, ਭੱਜ ਕੇ ਬਾਹਰ ਆਏ। ਬਾਬਾ ਬੁੱਢਾ ਸਾਹਿਬ ਜੀ ਨੂੰ ਵੇਖ ਕੇ ਸਭ ਨੇ ਸਨਮਾਨ ਕੀਤਾ। ਬੰਦਨ ਕਰੀ ਪਰਸਪਰ ਮਿਲੇ। ਪਰਸਪਰ ਬੰਦਨਾ ਕੀਤੀ।
ਮਹਾਰਾਜ ਬਾਬਾ ਬੁੱਢਾ ਸਾਹਿਬ ਨੂੰ ਨਮਸਕਾਰ ਕਰਦੇ, ਬਾਬਾ ਜੀ ਗੁਰੂ ਅਰਜਨ ਸਾਹਿਬ ਨੂੰ ਨਮਸਕਾਰ ਕਰਦੇ। ਹਾਂਜੀ, ਬੈਠਾ ਰਿਓ ਕਰ ਆਦਰ ਭਲੇ। ਬੜਾ ਆਦਰ ਤੇ ਸਨਮਾਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬਿਠਾਇਆ। ਗੁਰਦਿਸ਼ ਕੇ ਸੁਨ ਕਰ ਸੰਦੇਸ਼। ਸਤਿਗੁਰਾਂ ਦੇ ਵੱਲੋਂ ਆਏ ਸੁਨੇ, ਸਤਿਗੁਰਾਂ ਦੇ ਘਰੋਂ ਆਏ ਸੰਦੇਸ਼ੇ ਸੁਣੇ। ਪਇਓ ਸਬਨ ਕੇ ਹਰਖ ਵਿਸ਼ੇਸ਼। ਸਭ ਦਾ ਹਿਰਦਾ ਖੇੜੇ ਨਾਲ ਖਿੜ ਗਿਆ, ਸਭ ਦਾ ਮਨ ਹੁਲਾਸ ਨਾਲ ਭਰ ਗਿਆ। ਆਇਓ ਤੁਮੈ ਲੇਨ ਸੁਨ ਐਸੇ। ਜਦੋਂ ਗੁਰੂ ਅਰਜਨ ਸਾਹਿਬ ਨੇ ਸੁਣਿਆ ਨਾ ਕਿ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਤੁਹਾਨੂੰ ਲੈਣ ਆਏ ਆ, ਪਿਤਾ ਗੁਰੂ ਜੀ ਨੇ ਬੁਲਾਇਆ ਹੈ, ਗੁਰੂ ਰਾਮਦਾਸ ਸਾਹਿਬ ਨੇ। ਜਦੋਂ ਗੁਰੂ ਅਰਜਨ ਸਾਹਿਬ ਨੇ ਇਹ ਸੁਣਿਆ, ਕਰਨ ਪੁਟਨ ਪੀ ਅੰਮ੍ਰਿਤ ਜੈਸੇ। ਕਹਿੰਦੇ ਇਉਂ ਖੁਸ਼ੀ ਹੋਈ ਮਾਨੋ ਕੰਨਾਂ ਦੇ ਡੋਨਿਆਂ 'ਚ ਕਿਸੇ ਨੇ ਅੰਮ੍ਰਿਤ ਦੀਆਂ ਘੁੱਟਾਂ ਭਰ ਕੇ ਅੰਦਰ ਪਾ ਦਿੱਤੀਆਂ ਹੋਣ। ਸਤਿ ਸ੍ਰੀ ਅਕਾਲ। ਕਰਨ ਪੁਟਨ, ਕਰਨਾਂ ਦੇ ਕੰਨ, ਕਰਨ ਕਹਿੰਦੇ ਨੇ ਕੰਨਾਂ ਨੂੰ, ਕੰਨਾਂ ਦੇ ਡੋਨਿਆਂ 'ਚ ਜਿਵੇਂ ਅੰਮ੍ਰਿਤ ਪੈ ਗਿਆ ਹੋਵੇ ਅੰਦਰ, ਏਦਾਂ ਖੁਸ਼ੀ ਹੋਈ ਗੁਰੂ ਅਰਜਨ ਸਾਹਿਬ ਦੇ ਹਿਰਦੇ ਨੂੰ। ਪਇਓ ਆਨੰਦ ਸੁਬਰਨੇ ਕੌਣ। ਕਹਿੰਦੇ ਜਿਹੜਾ ਆਨੰਦ ਇਹ ਬਚਨ ਸੁਣ ਕੇ, ਜਦੋਂ ਬਾਬਾ ਜੀ ਨੇ ਆਖਿਆ ਨਾ ਗੁਰੂ ਅਰਜਨ ਸਾਹਿਬ ਤੁਹਾਨੂੰ ਲੈਣ ਆਏ ਆ, ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਬੁਲਾਇਆ, ਇਹ ਸੁਣਦਿਆਂ ਹਿਰਦੇ ਵਿੱਚ ਇੰਨਾ ਆਨੰਦ ਵਰਤਿਆ। ਮਾਂ ਕਵੀ ਜੀ ਕਹਿੰਦੇ ਉਹ ਆਨੰਦ ਕਿਹੜਾ ਐਸਾ ਕਵੀ ਆ ਜਿਹੜਾ ਬਿਆਨ ਕਰਕੇ ਦੱਸ ਸਕੇ। ਉਹ ਆਨੰਦ ਕਿਹਾ ਨਹੀਂ ਜਾਂਦਾ, ਉਹ ਆਨੰਦ ਬੋਲ ਕੇ ਦੱਸਿਆ ਨਹੀਂ ਜਾ ਸਕਦਾ। ਲਿਓ ਕਲ ਪੱਤਰ ਮਾਨੋ ਪੌਣ। ਕਹਿੰਦੇ ਇਉਂ ਸਮਝ ਲਓ ਵੀ ਜਿਵੇਂ ਕੋਈ ਜਨਮ ਤੋਂ ਕੰਗਲਾ ਬੰਦਾ ਹੋਵੇ, ਜਨਮ ਤੋਂ ਹੀ ਗਰੀਬੀ ਦਾ ਆਲਮ ਹੋਵੇ ਘਰ 'ਚ, ਅਚਾਨਕ ਉਹਨੂੰ ਕਲਪਤਰ ਬ੍ਰਿਛ ਮਿਲ ਜੇ। ਕਲਪ ਬ੍ਰਿਛ ਐਸਾ ਬ੍ਰਿਛ ਹੈ ਉਹਦੇ ਕੋਲ ਜਿਹੜਾ ਫਲ ਮੰਗੀਏ ਪ੍ਰਾਪਤ ਹੋ ਜਾਂਦਾ। ਕਹਿੰਦੇ ਜਨਮ ਤੋਂ ਕੰਗਲੇ ਬੰਦੇ ਨੂੰ ਅਚਾਨਕ ਕਲਪ ਬ੍ਰਿਛ ਮਿਲ ਜੇ ਤੇ ਜਿੰਨੀ ਖੁਸ਼ੀ ਉਹਦੇ ਅੰਦਰ ਹੁੰਦੀ ਹੈ, ਕਹਿੰਦੇ ਉਹਦੇ ਨਾਲੋਂ ਵੀ ਕਈ ਗੁਣਾ ਵੱਧ ਖੁਸ਼ੀ ਗੁਰੂ ਅਰਜਨ ਸਾਹਿਬ ਦੇ ਹਿਰਦੇ ਨੂੰ ਹੋਈ ਹੈ ਇਹ ਸੁਣਦੇ ਆ। ਹਾਂਜੀ, ਸੁਖ ਸੋਂ ਬਸ ਕਰ ਨਿਸਾ ਬਿਤਾਈ। ਕਹਿੰਦੇ ਸੁੱਖ ਨਾਲ ਰਾਤ ਬਤੀਤ ਕੀਤੀ। ਪਹਿਲੀਆਂ ਰਾਤਾਂ ਵਿਛੋੜੇ ਦੀ ਤੜਫ ਵਿੱਚ ਬੀਤਦੀਆਂ ਨਹੀਂ ਸਨ, ਪਰ ਅੱਜ ਦੀ ਰਾਤ ਵੀ ਨਹੀਂ ਪੀ ਬੀਤਦੀ ਵੀ ਕਿਹੜੇ ਵੇਲੇ ਬੀਤੇ ਤੇ ਸਵੇਰੇ ਉੱਠਦਿਆਂ ਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਾਂ। ਅੱਜ ਦੀ ਰਾਤ ਬੜੀ ਖੁਸ਼ੀ ਦੇ ਨਾਲ, ਖੇੜੇ ਦੇ ਨਾਲ ਬੀਤ ਰਹੀ ਹੈ। ਪੁਨਾ ਸਹਾਰੀ ਮਿਲੇ ਸੁਜਾਈ। ਅਗਲੇ ਦਿਨ ਸਵੇਰ ਹੋਈ, ਆਪਣੇ ਤਾਇਆ ਜੀ ਬਾਬਾ ਸਹਾਰੀ ਮੱਲ ਜੀ ਨੂੰ ਜਾ ਕੇ ਸਤਿਗੁਰੂ ਜੀ ਮਿਲੇ। ਅਪਰ ਬੰਧੂ ਗਨ ਸਭ ਸੋ ਮਿਲੇ। ਬਾਕੀ ਹੋਰ ਜਿੰਨੇ ਸੰਬੰਧੀ ਸਨ, ਸਾਈਂ ਮੀਆਂ ਮੀਰ ਜੀ ਵਰਗੇ ਮਹਾਂਪੁਰਖ ਵੀ ਗੁਰੂ ਸਾਹਿਬ ਦੇ ਇੱਥੇ ਮਿੱਤਰ ਬਣੇ ਸੀ। ਇਸੇ ਸਮੇਂ ਉਹਨਾਂ ਸਾਰਿਆਂ ਨੂੰ ਜਾ ਕੇ ਮਿਲੇ। ਗੁਰਮੁਖ ਸਿੱਖ ਪ੍ਰੇਮ ਕਰ ਭਲੇ। ਬੜੇ ਬੜੇ ਗੁਰਮੁਖ ਸਿੱਖ ਮਹਾਰਾਜ ਜੀ ਨਾਲ ਆ ਕੇ ਪ੍ਰੇਮ ਪ੍ਰਗਟ ਕਰਦੇ ਨੇ। ਗੁਰ ਸੁਤ ਸੋ ਮਿਲ ਮਿਲ ਕਰ ਨਮੋ। ਸਾਰੇ ਗੁਰਮੁਖ ਗੁਰਸਿੱਖ ਗੁਰੂ ਪੁੱਤਰ ਜੀ ਨੂੰ ਮਿਲ ਕੇ ਨਮਸਕਾਰਾਂ ਕਰਦੇ ਹਨ। ਵਿਚਰਨ ਤੇ ਸੰਕਟ ਤੈ ਸਮੋ। ਹੁਣ ਸੰਗਤ ਦੇ ਮਨ 'ਚ ਤੜਫ ਹੈ। ਕਈ ਮਹੀਨਿਆਂ ਤੋਂ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ, ਗੁਰੂ ਪੁੱਤਰ ਦੇ ਦੀਦਾਰ ਕਰਦਿਆਂ ਸਮਾਂ ਬੀਤਿਆ ਸੀ। ਉਹਨਾਂ ਦੇ ਮਨ ਵਿੱਚ ਵਿਛੜਨ ਦੀ ਪੀੜਾ ਹੈ। ਸ਼੍ਰੀ ਅਰਜਨ ਪਿਕ ਸੰਗਤ ਸਾਰੀ। ਸਾਰੀ ਸੰਗਤ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ। ਧੀਰ ਦਈ ਕੀਜੇ ਸੁਖ ਪਾਰੀ। ਧੀਰਜ ਦਿੱਤਾ, ਆਖਿਆ ਭਾਈ ਖੇੜੇ 'ਚ ਰਹੋ, ਭਜਨ ਕਰੋ, ਪਰਮੇਸ਼ਰ ਦਾ ਨਿਰੰਕਾਰ ਦੀ ਬੰਦਗੀ ਕਰੋ। ਸੁਦਾ ਸਰੋਵਰ ਮੇਲੇ ਆਵੋ। ਆ ਜਦੋਂ ਅੰਮ੍ਰਿਤਸਰ ਸਾਹਿਬ ਦਾ ਜੋੜ ਮੇਲਾ ਹੋਵੇਗਾ ਉਦੋਂ ਆਇਓ ਸਾਰੇ ਜਣੇ ਉੱਥੇ। ਸੰਗਤ ਨੂੰ ਸੱਦਾ ਵੀ ਦਿੱਤਾ ਕਿ ਜਦੋਂ ਅੰਮ੍ਰਿਤਸਰ ਸ਼ਹਿਰ ਵਿੱਚ ਜੋੜ ਮੇਲ ਹੋਣਗੇ ਵਿਸਾਖੀ ਦੇ, ਤੁਸੀਂ ਸਾਰਿਆਂ ਨੇ ਆਉਣਾ। ਮਿਲੋ ਗੁਰੂ ਦਰਸੋ ਹਰ ਖਾਵੋ। ਉੱਥੇ ਆ ਕੇ ਨਾਲੇ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਿਓ ਤੇ ਨਾਲੇ ਮੈਨੂੰ ਆਪਣੇ ਦਰਸ਼ਨ ਦਿਓ ਤੇ ਆਪਣੇ ਮਨ ਨੂੰ ਖੇੜੇ ਸਹਿਤ ਕਰਿਓ, ਖੁਸ਼ੀ ਸਹਿਤ ਕਰਿਓ। ਪਏ ਸਕਟ ਆਰੂੜ ਤੁਰੰਤੇ। ਮਹਾਰਾਜ ਜੀ ਗੱਡੇ ਦੇ ਉੱਤੇ ਸਵਾਰ ਹੋਏ ਛੇਤੀ ਨਾਲ। ਜੁਤੇ ਬ੍ਰਿਕਬ ਭਾਗੇ ਬਲਵੰਤੇ। ਕਹਿੰਦੇ ਜਿਹੜੇ ਬੜੇ ਬਲੀ ਬਲਦ ਸੀ ਨਾ, ਬਲਵਾਨ, ਉਹ ਲਾਏ ਹੋਏ ਗੱਡੇ ਨੂੰ। ਉਹ ਬੜੀ ਤੇਜ਼ੀ ਨਾਲ, ਮਾਨੋ ਜਿਵੇਂ ਉਹਨਾਂ ਬਲਦਾਂ ਨੂੰ ਵੀ ਚਾਹ ਹੋਵੇ
ਵੀ ਅਸੀਂ ਗੁਰੂ ਅਰਜਨ ਸਾਹਿਬ ਨੂੰ ਛੇਤੀ ਨਾਲ ਅੰਮ੍ਰਿਤਸਰ ਸ਼ਹਿਰ ਲੈ ਚੱਲੀਏ ਤੇ ਜਾ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਨ। ਉਹ ਬਲਦ ਵੀ ਬੜੀ ਤੇਜ਼ੀ ਨਾਲ ਦੌੜੇ। ਗਰੀਬ ਵਿਭੂਖਨ ਬਾਜੇ ਚਲਤ, ਬਲਦਾਂ ਦੇ ਗਲਾਂ ਦੇ ਵਿੱਚ ਨਾ ਗਹਿਣੇ ਪਾਏ, ਘੰਟੀਆਂ ਪਾਈਆਂ ਹੋਈਆਂ। ਉਹ ਘੰਟੀਆਂ ਬੜੀਆਂ ਸੁੰਦਰ ਖੜਕਦੀਆਂ ਹਨ। ਮਗ ਮੈਂ ਉਤਲਾਇਤ ਪਗ ਡਾਲਤ, ਬੜੇ ਉਤਲਾ ਕੇ ਕਾਲੀ ਕਾਲੀ ਉਹ ਬਲਦ ਆਪਣੇ ਪੈਰ ਧਰਦੇ ਹਨ। ਭਾਈ ਬੁੱਢਾ ਸੰਗ ਚੜਾਇਓ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਨਾਲ ਨੇ, ਗੱਡੇ ਤੇ ਸਵਾਰ ਹਨ। ਕਰੇ ਸ਼ਿਗਰਤਾ ਸਕਟ ਚਲਾਇਓ, ਔਰ ਸ਼ੀਗਰਤਾਈ ਦੇ ਨਾਲ ਜਿਹੜਾ ਗਾਡੀ ਸੀ ਉਹ ਗੱਡੇ ਨੂੰ ਚਲਾ ਰਿਹਾ ਹੈ। ਬ੍ਰਿਕਬਨ ਪ੍ਰੇਰਕ ਕੋ ਤਨ ਦੀਨਾ, ਜਿਹੜਾ ਉਹ ਬਲਦ ਚਲਾਉਣ ਵਾਲਾ ਸੀ ਨਾ, ਗੁਰੂ ਅਰਜਨ ਸਾਹਿਬ ਨੇ ਨੂੰ ਮਾਇਆ ਦਾ ਗੱਫਾ ਦਿੱਤਾ। ਕਹਿੰਦਾ ਵੀਰਾ ਜਿੰਨੀ ਛੇਤੀ ਚਲਾ ਸਕਦਾ ਇਹਨੂੰ ਟੋਰ ਕੇ ਲੈ ਚੱਲ। ਗਮਨੇ ਮਾਰਗ ਕੋ ਸੁਖ ਕੀਨਾ, ਰਸਤੇ ਦਾ ਪੈਂਡਾ ਤੈਅ ਕਰਦੇ ਜਾ ਰਹੇ ਨੇ। ਤ੍ਰਿਪਤਾਏ ਦੈ ਬ੍ਰਿਕਬ ਆਹਾਰਾ, ਇੱਕ ਵੇਰੀ ਰਾਹ ਵਿੱਚ ਰੋਕ ਕੇ ਬਲਦਾਂ ਨੂੰ ਖੁਰਾਕ ਦਿੱਤੀ, ਜਲ ਪਾਣੀ ਛਕਾ ਕੇ ਕੁਝ ਸਮੇਂ ਤੋਂ ਬਾਅਦ ਫਿਰ ਟੋਰਿਆ। ਚਲੇ ਜਾਏ ਨੇ ਲਗੇ ਆਵਾਰਾ, ਕਹਿੰਦੇ ਟੁਰੇ ਜਾ ਰਹੇ ਨੇ ਤੇ ਦੇਰੀ ਨਹੀਂ ਲਾਉਂਦੇ ਰਸਤੇ 'ਚ। ਤੀਨ ਜਾਮ ਮੈਂ ਪਹੁੰਚੇ ਜਾਈ, ਕਹਿੰਦੇ ਲਾਹੌਰ ਸ਼ਹਿਰ ਤੋਂ ਚਲਦਿਆਂ ਚਲਦਿਆਂ ਤਿੰਨਾਂ ਪਹਿਰਾਂ ਦੇ ਵਿੱਚ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਪੈਦਲ ਜਾਂਦੇ ਤੇ ਇੱਕ ਰਸਤੇ 'ਚ ਰਾਤ ਕੱਟਣੀ ਪੈਂਦੀ ਸੀ। ਗੱਡੇ ਦੇ ਉੱਤੇ ਆਏ ਨੇ ਤੇ ਗੱਡਾ ਇੰਨੀ ਤੇਜ਼ੀ ਨਾਲ ਚਲਾਇਆ ਚਲਾਉਣ ਵਾਲੇ ਨੇ, ਕਹਿੰਦੇ ਤਿੰਨਾਂ ਪਹਿਰਾਂ ਦੇ ਵਿੱਚ ਹੀ ਚੱਲ ਕੇ ਪਹੁੰਚ ਗਏ। ਦੇਖ ਸੁਦਾ ਸਰ ਗਰੀਬ ਨਿਵਾਈ, ਜਦੋਂ ਦੂਰੋਂ ਅੰਮ੍ਰਿਤਸਰ ਸਾਹਿਬ ਸ਼ਹਿਰ ਵੇਖਿਆ ਤੇ ਵੇਖਦਿਆਂ ਸਾਰ ਗੁਰੂ ਅਰਜਨ ਸਾਹਿਬ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ। ਪਿਤਾ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਆ ਗਈ ਹੈ। ਪਿਤ ਮਿਲਬੇ ਕੋ ਆਨੰਦ ਵਿਚਾਰੇ, ਹੁਣ ਪਿਤਾ ਨੂੰ ਮਿਲਣ ਦਾ ਜਿਹੜਾ ਆਨੰਦ ਹੈ ਵੀ ਜਦੋਂ ਜਾ ਕੇ ਮਿਲਾਂਗੇ ਗੁਰੂ ਰਾਮਦਾਸ ਸਾਹਿਬ ਨੂੰ, ਉਦੋਂ ਜਿਹੜਾ ਹਿਰਦੇ 'ਚ ਆਨੰਦ ਵਰਤਣਾ, ਹੁਣ ਉਹਨੂੰ ਯਾਦ ਕਰਦੇ ਗੁਰੂ ਅਰਜਨ ਸਾਹਿਬ। ਆਹ ਕੈਸਾ ਆਨੰਦ ਹੋਵੇਗਾ, ਕੈਸਾ ਖੇੜਾ ਹੋਵੇਗਾ ਉਸ ਵੇਲੇ ਜਦੋਂ ਜਾ ਕੇ ਮੈਂ ਆਪਣੇ ਸਾਹਿਬ ਦੇ ਦਰਸ਼ਨ ਕਰਾਂਗਾ। ਲੋਚਨ ਤੇ ਜਲ ਬੂੰਦਨ ਡਾਰੀ, ਉਸ ਆਨੰਦ ਨੂੰ ਚਿਤਵਦਿਆਂ ਨੇਤਰਾਂ 'ਚੋਂ ਪਹਿਲਾਂ ਹੀ ਨੀਰ ਵਗੀ ਜਾਂਦਾ। ਪੰਜਵੇਂ ਪਾਤਸ਼ਾਹ ਦੇ ਪਹਿਲਾਂ ਹੀ ਨੇਤਰਾਂ 'ਚੋਂ ਨੀਰ ਵਹਿ ਰਿਹਾ ਹੈ। ਬਹੁਤ ਦਿਵਸ ਕੋ ਬਿਰੇ ਬਿਦਾਰੀ, ਕਦੋਂ ਛੇਤੀ ਜਾਵਾਂ ਗੁਰੂ ਦਰਬਾਰ 'ਚ ਤੇ ਬਹੁਤੇ ਦਿਨਾਂ ਦਾ ਜਿਹੜਾ ਇਹ ਵਿਛੋੜਾ ਹੈ, ਇਸ ਵਿਛੋੜੇ ਨੂੰ ਦੂਰ ਕਰਾਂ। ਹਾਂਜੀ, ਘਟੀ ਆਜ ਕੀ ਧਨ ਉਚਾਰੇ, ਅਵਸਥਾ ਇਹ ਬਣੀ ਹੋਈ ਸੀ ਲਾਹੌਰ ਸ਼ਹਿਰ ਵਿੱਚ ਗੁਰੂ ਅਰਜਨ ਸਾਹਿਬ ਦੀ, ਜੋ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ। ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨੜੇ ਬਣੋ ਪੰਖੇ ਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾ, ਜਿਨਹੋਂ ਪਿਰਹੋਂ ਵਿਛੋੜੀ। ਕਹਿੰਦੇ ਮੈਂ ਰੋਈ ਵਿਛੋੜੇ ਵਿੱਚ, ਮੈਂ ਰੋਂਦੀ ਨੂੰ ਵੇਖ ਕੇ। ਮੈਂ ਰੋਵੰਦੀ ਸਭ ਜਗ ਰੁੰਨਾ, ਨਾਲ ਆਲੇ ਦੁਆਲੇ ਵੇਖਣ ਵਾਲੇ ਵੀ ਜਗਤ ਦੇ ਜੀਵ ਵੀ ਰੋ ਪਏ। ਰੁੰਨੜੇ ਬਣੋ ਪੰਖੇ ਰੂ, ਕਹਿੰਦੇ ਪੰਛੀ ਵੀ ਰੋ ਪਏ। ਦਰਖਤਾਂ ਦੇ ਪੱਤਿਆਂ ਵਿੱਚੋਂ ਵੀ ਪਾਣੀ ਸਿਮਣ ਲੱਗ ਪਿਆ। ਪਰ ਕਹਿੰਦੇ ਮੇਰੇ ਤਨ ਵਿੱਚ ਜਿਹੜਾ ਉਹ ਬਿਰਹਾ ਸੀ ਨਾ, ਵਿਛੋੜਾ, ਜਿਹਨੇ ਮੇਰੇ ਮਾਲਕ ਤੋਂ ਮੈਨੂੰ ਵਿਛੋੜਿਆ ਹੋਇਆ, ਉਹਨੂੰ ਨਹੀਂ ਮੇਰੇ ਤੇ ਤਰਸ ਆਇਆ, ਉਹ ਨਹੀਂ ਰੋਇਆ, ਉਹਨੇ ਨਹੀਂ ਮੇਰੇ ਤੇ ਦਇਆ ਕੀਤੀ। ਨੇਤਰ ਭਰੇ ਹੋਏ ਕਿ ਇਹ ਵਿਛੋੜੇ ਦੀ ਪੀੜਾ ਨੂੰ ਦੂਰ ਕਰਾਂ ਔਰ ਆਪਣੇ ਸਾਹਿਬ ਦੇ ਰੱਜ ਰੱਜ ਕੇ ਦਰਸ਼ਨ ਕਰਾਂ। ਸਤਿਗੁਰ ਜਿਸ ਥਲ ਸਭਾ ਲਗਾਈ, ਜਿਸ ਅਸਥਾਨ ਤੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਦੀਵਾਨ ਸਜਾਇਆ ਹੋਇਆ ਹੈ, ਉਤਰੇ ਆਨ ਸੰਗ ਬ੍ਰਿਧ ਭਾਈ, ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਗੁਰੂ ਅਰਜਨ ਸਾਹਿਬ ਇੱਥੇ ਉਤਰੇ। ਵਿਖੇ ਦੂਰ ਤੇ ਸਤਿਗੁਰ ਭਾਨ, ਔਰ ਦੂਰੋਂ ਹੀ ਸੂਰਜ ਰੂਪੀ ਦਰਸ਼ਨ ਕੀਤੇ ਗੁਰੂ ਰਾਮਦਾਸ ਸਾਹਿਬ ਜੀ ਦੇ। ਕਮਲ ਪ੍ਰਫੁੱਲਿਤ ਬਦਨ ਮਹਾਨ, ਜਦੋਂ ਦੂਰੋਂ ਹੀ ਦੀਵਾਨ 'ਚ ਜਾਣ ਤੋਂ ਪਹਿਲਾਂ ਹੀ ਨਜ਼ਰ ਆਏ ਨਾ ਸਤਿਗੁਰੂ ਸੂਰਜ ਵਾਂਗੂ, ਤੇ ਗੁਰੂ ਅਰਜਨ ਸਾਹਿਬ ਦੇ ਨੇਤਰ ਕਮਲ ਜਿਹੜੇ ਪਹਿਲਾਂ ਮੁਰਝਾਏ ਹੋਏ ਸੀ ਨਾ, ਇੱਕਦਮ ਖੇੜੇ 'ਚ ਖਿੜ ਗਏ। ਹਾਂਜੀ,
ਪੂਰਨ ਚੰਦ ਪਿਤਾ ਕੀ ਓਰਾ ਇਉਂ ਕਹਿ ਲੋ ਵੀ ਪੂਰਨਮਾਸ਼ੀ ਦਾ ਚੰਦਰਮਾ ਦਿਸ ਗਿਆ ਗੁਰੂ ਰਾਮਦਾਸ ਸਾਹਿਬ ਦੇ ਰੂਪ ਵਿੱਚ। ਲੋਚਨ ਕੀਨ ਚਕੋਰਨ ਜੋਰਾ ਗੁਰੂ ਅਰਜਨ ਸਾਹਿਬ ਨੇ ਆਪਣੀਆਂ ਅੱਖਾਂ ਚਕੋਰ ਬਣਾ ਲਈਆਂ ਹਨ। ਨੀਠ ਨੀਠ ਪਹੁੰਚੇ ਟਿਕ ਜਾਏ ਤਾਂ ਚਲਦੇ ਸਹਿਜੇ ਪਹੁੰਚੇ, ਪਰੇ ਚਰਨ ਪੰਕਜ ਉਤਲਾਏ ਨਾਲੀ ਨਾਲ ਆ ਕੇ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਇਉਂ ਡਿੱਗੇ ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਹੈ। ਦ੍ਰਿਗ ਜਲ ਤੇ ਪਗ ਮਨੋ ਪਖਾਰੇ ਆਪਣੇ ਨੇਤਰਾਂ ਦੇ ਜਲ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਧੋ ਦਿੱਤੇ ਨੇ ਪੰਜਵੇਂ ਪਾਤਸ਼ਾਹ ਨੇ। ਪ੍ਰੇਮ ਨਿਮਗਨ ਸਪੂਤ ਨਿਹਾਰੇ ਆਪਣੇ ਸਾਹਿਬਜ਼ਾਦੇ ਨੂੰ ਸਪੁੱਤਰ ਨੂੰ ਗੁਰੂ ਰਾਮਦਾਸ ਸਾਹਿਬ ਨੇ ਪ੍ਰੇਮ ਦੇ ਰੰਗ ਵਿੱਚ ਇਹ ਵੇਖਿਆ ਵੀ ਇਹ ਪ੍ਰੇਮ ਹੀ ਆ ਗੁਰੂ ਅਰਜਨ ਸਾਹਿਬ ਦੇ ਰੂਪ ਵਿੱਚ ਆਣ ਪ੍ਰਗਟ ਹੋਏ ਹਨ। ਪਕਰ ਪੁਜਾ ਤਤਕਾਲ ਉਠਾਏ ਬਾਹ ਤੋਂ ਫੜ ਕੇ ਗੁਰੂ ਰਾਮਦਾਸ ਸਾਹਿਬ ਨੇ ਪੁੱਤਰ ਗੁਰੂ ਅਰਜਨ ਸਾਹਿਬ ਨੂੰ ਉਠਾਇਆ। ਪਰੇ ਅੰਕ ਦੇਖਤ ਹਰ ਖਾਏ ਉੱਠ ਕੇ ਗਲ ਵਕੜੀ 'ਚ ਲੈ ਕੇ ਬੜੇ ਖੇੜੇ 'ਚ ਖਿੜ ਕੇ ਸੀਸ ਤੇ ਹੱਥ ਫੇਰਿਆ। ਅਧਿਕ ਪ੍ਰੀਤ ਸੋ ਲਾਇਵ ਛਾਤੀ ਬੜੇ ਪ੍ਰੇਮ ਨਾਲ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ। ਮਾਨੋ ਉਡੀਕਦੇ ਸੀ ਗੁਰੂ ਅਰਜਨ ਸਾਹਿਬ। ਹੋ ਤੁਮਰੀ ਕਰੋ ਨਿਤਿਆਸ ਪ੍ਰਭ ਮੋਹੇ ਕਬ ਗੱਲ ਲਾਵਹਿਗੇ। ਉਹ ਘੜੀ ਅੱਜ ਆ ਗਈ ਹੈ, ਬਾਹਰੇ ਜਾਈਏ ਅੱਜ ਦੀ ਇਸ ਘੜੀ ਤੋਂ ਬਲਿਹਾਰ ਜਾਈਏ। ਮਸਤਕ ਸੂੰਗ ਲਈ ਜਨ ਥਾਤੀ ਗੁਰੂ ਅਰਜਨ ਸਾਹਿਬ ਦਾ ਮੱਥਾ ਗੁਰੂ ਰਾਮਦਾਸ ਸਾਹਿਬ ਨੇ ਚੁੰਮਿਆ ਹੈ। ਜਦੋਂ ਮੱਥਾ ਚੁੰਮਿਆ ਨਾ ਇਉਂ ਜਾਪਿਆ ਗੁਰੂ ਅਰਜਨ ਸਾਹਿਬ ਨੂੰ ਮਾਨੋ ਜਿਵੇਂ ਸਾਰੇ ਵਿਸ਼ਵ ਦੇ ਸੁੱਖ ਗੁਰੂ ਅਰਜਨ ਸਾਹਿਬ ਦੇ ਹਿਰਦੇ ਚਾਣ ਪ੍ਰਾਪਤ ਹੋਏ ਹੋਣ। ਸੋਡੀ ਕੁਲ ਕੀ ਰਾਖ ਵਡਾਈ ਔਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਤੁਸੀਂ ਸੋਢੀਆਂ ਦੀ ਕੁੱਲ ਦੀ ਵਡਿਆਈ ਰੱਖ ਲਈ ਹੈ। ਹੇ ਸਪੁੱਤਰ ਕਰ ਹੈ ਅਧਿਕਾਈ ਆਖਿਆ ਤੁਸੀਂ ਸੋਢੀਆਂ ਦੀ ਕੁੱਲ ਨੂੰ ਹੋਰ ਅਧਿਕਾਈ ਵਾਧੇ ਪਾਇਆ ਹੈ। ਗੁਰਤਾ ਭਾਰ ਧਾਰ ਬੇਬਲੀ ਤੁਸੀਂ ਗੁਰਗੱਦੀ ਦੇ ਭਾਰ ਨੂੰ ਧਾਰਨ ਕਰਨ ਵਾਲੇ ਬਲੀ ਗੁਰੂ ਹੋ। ਮਹਾਧੀਰ ਹੋਇਓ ਬਿਦ ਭਲੀ ਮਹਾਧੀਰਜ ਨੂੰ ਧਾਰਨ ਕਰਨ ਵਾਲੇ ਵਲੀ ਹੋ। ਤਬ ਮੰਗਾਇਓ ਪਠੀ ਜੋ ਪਾਤੀ ਉਸੇ ਵੇਲੇ ਉਹ ਚਿੱਠੀ ਮੰਗਾਈ ਜਿਹੜੀ ਭੇਜੀ ਸੀ ਨਾ ਤੀਸਰੀ ਚਿੱਠੀ, ਉਹ ਗੁਰੂ ਰਾਮਦਾਸ ਸਾਹਿਬ ਨੇ ਮੰਗਵਾਈ। ਪਠੀ ਆਪ ਕਰ ਸੀਤਲ ਛਾਤੀ ਤੇ ਗੁਰੂ ਅਰਜਨ ਸਾਹਿਬ ਦੇ ਸਨਮੁਖ ਉਹ ਚਿੱਠੀ ਫਿਰ ਪੜ੍ਹੀ ਗੁਰੂ ਰਾਮਦਾਸ ਸਾਹਿਬ ਨੇ। ਆਪ ਪੜ੍ਹੀ ਤੇ ਆਪ ਪੜ੍ਹ ਕੇ ਸੁਣਾਉਣ ਲੱਗੇ ਕਿ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਹੁਣ ਕਦ ਮਿਲਿਆ ਪ੍ਰਿਆ ਤੁਧ ਭਗਵੰਤਾ। ਮੋਏ ਰਹਿਣ ਨਾ ਵਿਹਾਵਾ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਗੁਰੂ ਰਾਮਦਾਸ ਸਾਹਿਬ ਨੇ ਆਪ ਪੜ੍ਹੀ ਸਨਮੁਖ। ਸੁਨੋ ਪੁੱਤਰ ਜਬ ਕੇ ਤੁਮ ਗਵਨੀ ਮਹਾਰਾਜ ਜੀ ਕਹਿੰਦੇ ਪੁੱਤਰ ਜਦੋਂ ਦੇ ਤੁਸੀਂ ਲਾਹੌਰ ਸ਼ਹਿਰ ਗਏ ਹੋ ਇੱਕ ਪੱਤਰਿਕਾ ਭੇਜੀ ਭਵਨੀ ਇਹ ਇੱਕੋ ਚਿੱਠੀ ਤਾਂ ਭੇਜੀ ਆ ਤੁਸੀਂ ਸਾਡੇ ਕੋਲ। ਲਾਪੁਰ ਵਿਖੇ ਰਹੇ ਚਿਰਕਾਲ ਲਾਹੌਰ ਸ਼ਹਿਰ ਲੰਮਾ ਸਮਾਂ ਰਹੇ ਹੋ। ਮਿਲੇ ਰਹੇ ਸਤ ਸੰਗਤ ਜਾਲ ਸੰਗਤ ਵਿੱਚ ਮਿਲ ਕੇ ਰਹੇ ਹੋ। ਅਪਰ ਪੱਤਰਿਕਾ ਕਿਉਂ ਨਾ ਪਠਾਈ ਤੁਸੀਂ ਹੋਰ ਚਿੱਠੀਆਂ ਕਿਉਂ ਨਹੀਂ ਭੇਜੀਆਂ ਪਹਿਲੋਂ। ਇਹ ਇੱਕੋ ਚਿੱਠੀ ਉਦੋਂ ਦੀ ਇੰਨੇ ਲੰਮੇ ਅਰਸੇ 'ਚ ਭੇਜੀ ਐ। ਲਿਖਨ ਵਿਖੇ ਮਤ ਅਤ ਚਤੁਰਾਈ ਤੁਸੀਂ ਤਾਂ ਲਿਖਣ 'ਚ ਬੜੇ ਕਾਮਲ ਗੁਰੂ ਹੋ। ਕੈਸੀ ਸੁੰਦਰ ਚਿੱਠੀ ਲਿਖੀ ਐ। ਪਠੀ ਏਕ ਤਦਬ ਕਿਆ ਕੀਨਾ ਫਿਰ ਜੇ ਇੱਕ ਚਿੱਠੀ ਵੀ ਭੇਜੀ ਆ ਤੁਸੀਂ ਤੇ ਇੱਕ ਚਿੱਠੀ ਭੇਜ ਕੇ ਵੀ ਤੁਸੀਂ ਆਹ ਕੀ ਕੀਤਾ। ਅੰਕ ਤੀਸਰੋ ਕਿਮ ਲਿਖ ਦੀਨਾ ਇਸ ਚਿੱਠੀ ਦੇ ਅਖੀਰ 'ਚ 3 ਲਿਖਿਆ ਹੋਇਆ ਤੁਸੀਂ। ਚਲੋ ਮੰਨ ਲਓ ਵੀ ਇੱਕੋ ਭੇਜੀ ਤੇ ਇੱਕ ਭੇਜ ਕੇ ਵੀ ਥੱਲੇ 3 ਲਿਖਿਆ। ਬਨਿਓ ਸ਼ਬਦ ਪਦ ਏਕੋ ਜੈਸੇ ਸ਼ਬਦ ਤਾਂ ਇੱਕੋ ਹੀ ਜਾਪਦਾ ਹੈ ਤੇ 3 ਤੁਸੀਂ ਪਾਇਆ, ਇਹਦਾ ਮਤਲਬ ਵੀ 2 ਪਹਿਲਾਂ ਭੇਜੀਆਂ ਨੇ। ਹਾਂਜੀ ਲਿਖਿਓ ਇਕਾਂਗ ਚਾਹੀਏ ਤੈਸੇ ਇਹ ਇੱਕ ਸ਼ਬਦ ਹੈ ਤੇ ਇੱਥੇ ਤੁਹਾਨੂੰ ਇੱਕ ਲਿਖਣਾ ਚਾਹੀਦਾ ਸੀ ਪਰ ਤੁਸੀਂ ਇੱਥੇ 3 ਲਿਖਿਆ। ਪ੍ਰਿਥੀਏ ਦਾ ਪਰਦਾ ਉਘੇੜਨਾ ਸੀ ਗੁਰੂ ਰਾਮਦਾਸ ਸਾਹਿਬ ਨੇ। ਮਹਾਰਾਜ ਪੰਜਵੇਂ ਪਾਤਸ਼ਾਹ ਦੱਸ ਰਹੇ ਨੇ ਪਿਤਾ ਜੀ ਇਹਦੇ ਤੋਂ 2 ਚਿੱਠੀਆਂ ਪਹਿਲੋਂ ਹੋਰ ਭੇਜੀਆਂ ਸਨ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨਵਾਜ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ
ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਗੇ ਸਦਾ ਬਪੇਕ ਹੇ ਅਪਰੰਪਰ ਹਰ ਹਰੇ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਕੀ ਧਾਰਾ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾ ਰਾਖੋ ਹੀਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਓਤੇ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ ਪਰਸੋਂ 11 ਤਰੀਕ ਨੂੰ ਸਵੇਰੇ ਐਤਵਾਰ 8 ਵਜੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਜੀ ਦੇ ਪਾਵਨ ਸਥਾਨਾਂ ਦੀ ਯਾਤਰਾ ਵਾਸਤੇ ਸਵੇਰੇ 8 ਵਜੇ ਬਾਹਰੋਂ ਪਾਰਕਿੰਗ ਚੋਂ ਬੱਸਾਂ ਚੱਲਣਗੀਆਂ ਜੋ ਨਗਰ ਕੀਰਤਨ ਦੇ ਰੂਪ ਵਿੱਚ ਜਾਣਗੀਆਂ। ਜਿਨ੍ਹਾਂ ਮਾਈਆਂ ਭਾਈਆਂ ਨੇ ਜਾਣਾ ਹੈ ਉਹ ਹਾਜ਼ਰੀਆਂ ਭਰ ਕੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।